ਤਕਰੀਬਨ ਹਰ ਇੱਕ ਸਿੱਖ ਦੇ ਦਿਲ ਦੇ ਵਿੱਚ ਇਹ ਗੱਲ ਹੋਊਗੀ ਕਿ ਇਹ ਜਿਹੜੇ ਸਿੱਖਾਂ ਦੀ ਗੱਲ ਇਹ ਕਰ ਰਹੀ ਆ ਬੀਬੀ, ਉਹ ਤਾਂ ਸਿੱਖ ਕੋਈ ਹੋਰ ਹੈ, ਉਹ ਅਸੀਂ ਨਹੀਂ ਹੈ। ਸੋ ਉਹ ਜੇ ਅਸੀਂ ਉਸ ਲੈਵਲ ਦੇ ਉਸ ਲਾਇਕ ਹੁੰਦੇ ਨਾ, ਸਾਡੇ ਵਿੱਚ ਅੱਜ ਵੀ ਬਾਬਾ ਬੰਦਾ ਬਹਾਦਰ ਜਿਹੜੇ ਆ ਉਹ ਹੋਣੇ ਸੀ। ਸਾਡੇ ਵਿੱਚ ਅੱਜ ਵੀ ਜਿਹੜਾ ਸਾਡਾ ਰਾਜ ਹੈ ਜਿਹਨੂੰ ਅਸੀਂ ਕਾਇਮ ਕਰਨ ਲਈ ਤੁਰੇ ਫਿਰਦੇ ਹਾਂ, ਉਹ ਸਾਨੂੰ ਗੁਰੂ ਨੇ ਥਾਲੀ 'ਚ ਪਾ ਕੇ ਦੇਣਾ ਸੀ। ਅਸੀਂ ਰੁਲਦੇ ਫਿਰਦੇ ਹਾਂ, ਉਹਦਾ ਕਾਰਨ ਇਹੀ ਆ ਕਿ ਕਿਤੇ ਨਾ ਕਿਤੇ ਅਸੀਂ ਆਪਣੀਆਂ ਸਿੱਖੀ ਕਦਰਾਂ ਕੀਮਤਾਂ ਨੂੰ ਵਿਸਾਰ ਗਏ। ਜੇ ਅਸੀਂ ਮੰਨ ਲਵਾਂਗੇ ਕਿ ਸਾਡੇ 'ਚ ਕਮੀਆਂ ਹੈ, ਉਸ ਤੋਂ ਬਾਅਦ ਹੀ ਅਸੀਂ ਆਪਣੇ ਆਪ ਨੂੰ ਸੁਧਾਰਨ ਵੱਲ ਚੱਲਾਂਗੇ। ਦਰਬਾਰ ਸਾਹਿਬ ਵੱਲ ਕੋਈ ਮੂੰਹ ਕਰਕੇ ਤੇ ਅਗਰ ਕੋਈ ਉਹਨਾਂ ਦੇ ਬਾਰੇ ਦਰਬਾਰ ਸਾਹਿਬ ਦੀ ਸ਼ਾਨ ਦੇ ਖਿਲਾਫ ਕੁਝ ਬੋਲਦਾ ਹੈ ਤਾਂ ਸਾਡਾ ਪਹਿਲਾ ਜਿਹੜਾ ਰਿਐਕਸ਼ਨ ਹੁੰਦਾ, ਬਹੁਤ ਸਾਰੇ ਯੰਗ ਬੱਚਿਆਂ ਦਾ ਵੀ ਰਿਐਕਸ਼ਨ ਹੁੰਦਾ ਹੈ ਕਿ ਭਿੰਡਰਾਂ ਵਾਲੇ ਹੁੰਦੇ ਨਾ, ਫਿਰ ਕਿਸੇ ਨੇ ਕੁਝ ਨਹੀਂ ਸੀ ਕਰਨਾ, ਕਿਉਂਕਿ ਸਾਡੇ ਕੋਲ ਇੱਕ ਰੈਫਰੈਂਸ ਪੁਆਇੰਟ ਹੈ। ਜਦੋਂ ਸਿੰਘ ਦੇਗਾਂ ਵਿੱਚ ਵੀ ਉਬਾਲੇ ਗਏ, ਜਦੋਂ ਜੀਪਾਂ ਦੇ ਦੋਨੋਂ ਪਾਸੇ ਲਾ ਕੇ ਉਹਨਾਂ ਨੂੰ ਵਿਚਕਾਲੋਂ ਪਾੜ ਦਿੱਤਾ ਗਿਆ, ਇਹੋ ਜਿਹੇ ਸਿੰਘ, ਇਹ ਸਾਰੇ ਸਾਡੇ ਕੋਲੇ ਡਾਕੂਮੈਂਟਡ ਫੈਕਟ ਨੇ ਕਿ ਉਹ ਟੈਂਕਾਂ ਦੇ ਉੱਤੇ ਉਹਨਾਂ ਨੇ ਆਪਣੇ ਨਾਲ ਹਿਊਮਨ ਬੌਂਬ ਬਣ ਕੇ ਉਹਨਾਂ ਨੇ ਛਾਲਾਂ ਮਾਰੀਆਂ। ਖੁਦ ਸਿੱਖਾਂ ਦੇ ਵੀ ਵੱਸ ਦੀ ਗੱਲ ਨਹੀਂ ਉਸ ਇਤਿਹਾਸ ਦੇ ਸਾਹਮਣੇ ਖੜੇ ਹੋਣਾ, ਜਿਹੜੇ ਕੱਚੇ ਪਿੱਲੇ ਅੱਧੇ ਅਧੂਰੇ ਸਿੱਖ, ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਪਰ ਉਹ ਹੈ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਤੱਕ ਜੋ ਮੈਂ ਪਿਛਲੀਆਂ ਐਪੀਸੋਡਸ 2 ਐਪੀਸੋਡਸ ਦੇ ਵਿੱਚ ਗੱਲ ਕਰ ਚੁੱਕੀ, ਉਹ ਇਹ ਹੈ ਕਿ ਗੁਰੂ ਨਾਨਕ ਦੇ ਸਮੇਂ ਕਾਲ ਵਿੱਚ ਜੋ ਧਾਰਮਿਕ ਰੀਤੀ ਰਿਵਾਜ ਸੀ, ਉਹ ਕਿਵੇਂ ਇੱਕ ਮਕੈਨੀਕਲ ਵਰਤਾਰੇ ਦਾ ਰੂਪ ਲੈਂਦੇ ਗਏ ਤੇ ਕਿਵੇਂ ਜਿਹੜੇ ਵੈਦਿਕ ਕਰਮਕਾਂਡ ਜਿਹੜੇ ਕਿ ਬਾਕਾਇਦਾ ਵੇਦਾਂ ਦੇ ਵਿੱਚ ਨਿਰਧਾਰਿਤ ਸੀ, ਉਹ ਕਿੱਦਾਂ ਇੱਕ ਮਕੈਨੀਕਲ ਰੂਪ ਜਿਹਨੂੰ ਜਿਹੜਾ ਲੈ ਕੇ ਮਕੈਨੀਕਲ ਵਰਤਾਰੇ ਦਾ ਰੂਪ ਲੈ ਕੇ ਉਹ ਇੱਕ ਕਰਮਕਾਂਡ ਜਿਸ ਤਰੀਕੇ ਨਾਲ ਕਰਮਕਾਂਡ ਨੂੰ ਅਸੀਂ ਅੱਜ ਸਮਝਦੇ ਹਾਂ, ਉਹ ਇੱਕ ਰੂਪ ਲੈ ਗਏ। ਔਰ ਇਸੇ ਤਰੀਕੇ ਨਾਲ ਹੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀਗੀ, ਜਿਹੜੇ ਮੁਸਲਮਾਨ ਸ਼ਾਸਕ ਜੋ ਆਪਣੇ ਆਪ ਨੂੰ ਬਹੁਤ ਵਧੀਆ ਇਸਲਾਮਿਕ ਸਮਝਿਆ ਕਰਦੇ ਸੀ, ਜੋ ਸਮਝਦੇ ਸੀਗੇ ਕਿ ਪ੍ਰੋਫਿਟ ਮੁਹੰਮਦ ਜਿਹੜੇ ਉਹਨਾਂ ਦੇ ਪੈਗੰਬਰ ਹੈ, ਸ਼ਾਇਦ ਉਹਨਾਂ ਦੇ ਹੀ ਇਕਲੌਤੇ ਪੈਰੋਕਾਰ ਉਹੀ ਹੈ, ਉਹ ਵੀ ਕਿਸ ਤਰੀਕੇ ਨਾਲ ਬਿਲਕੁਲ ਆਪਣੀਆਂ ਜਿਹੜੀਆਂ ਜੋ ਕੁਰਾਨ ਸ਼ਰੀਫ ਦੀਆਂ ਜਾਂ ਪ੍ਰੋਫਿਟ ਮੁਹੰਮਦ ਦੀਆਂ ਜੋ ਟੀਚਿੰਗਸ ਆ, ਉਹਨਾਂ ਨੂੰ ਛੱਡਦੇ ਕਿਵੇਂ ਇੱਕ ਜਗ੍ਹਾ ਦੇ ਉੱਤੇ ਪਹੁੰਚ ਗਏ ਜਿੱਥੇ ਉਹ ਨਮਾਜ਼ ਨੂੰ ਸਿਰਫ ਇੱਕ ਮਕੈਨੀਕਲ ਵਰਤਾਰੇ ਦੇ ਵਾਂਗੂ ਲੈਣਾ ਸ਼ੁਰੂ ਹੋ ਗਏ। ਇਸੇ ਤਰੀਕੇ ਨਾਲ ਗੱਲ ਕਰਦੀ ਮੈਂ ਤੁਹਾਡੇ ਨਾਲ ਸਿੱਖਾਂ ਦੀ ਵੀ ਸਥਿਤੀ ਦੀ ਡਿਸਕਸ਼ਨ ਕੀਤੀ ਸੀਗੀ ਕਿ ਸਿੱਖ ਵੀ ਤਕਰੀਬਨ ਅੱਜ ਉਸੇ ਜਗ੍ਹਾ 'ਤੇ ਖੜੇ ਆ ਜਿੱਥੇ ਉਹਨਾਂ ਨੇ ਆਪਣੀਆਂ ਰੀਤੀ ਰਿਵਾਜ, ਆਪਣੇ ਰਿਚੁਅਲਸ ਸਾਰਿਆਂ ਨੂੰ ਇੱਕ ਮਕੈਨੀਕਲ ਵਰਤਾਰੇ ਦੇ ਵਿੱਚ ਕਰਦੇ ਉਹ ਵੀ ਉਹੀ ਕਰਮਕਾਂਡ ਬਣ ਗਏ ਜਿਨ੍ਹਾਂ ਨੂੰ ਅਸੀਂ ਅੱਜ ਕਰਮਕਾਂਡ ਸਮਝਦੇ ਹਾਂ। ਜਿਸ ਤਰੀਕੇ ਨਾਲ ਮੈਂ ਤੁਹਾਡੇ ਨਾਲ ਪਹਿਲੇ ਹੀ ਐਪੀਸੋਡ ਦੇ ਵਿੱਚ ਇਹ ਗੱਲ ਕੀਤੀ ਸੀਗੀ ਕਿ ਕਰਮਕਾਂਡ ਜਿਹੜਾ ਵਰਡ ਹੈ ਉਹ ਬੜਾ ਹੀ ਸੁਭਾਵਿਕ ਔਰ ਬੜਾ ਨੈਚੁਰਲ ਵਰਡ ਆ, ਔਰ ਸਾਰੇ ਹੀ ਉਹਦੇ ਵਿੱਚ ਕਿਤੇ ਨਾ ਕਿਤੇ ਬੱਝੇ ਹੋਏ ਆ। ਪਰ ਜਿਸ ਤਰੀਕੇ ਨਾਲ ਕਰਮਕਾਂਡ ਨੂੰ ਆਪਾਂ ਅੱਜ ਸਮਝਦੇ ਹਾਂ, ਉਹ ਬੇਸਿਕਲੀ ਮਕੈਨੀਕਲ ਵਰਤਾਰੇ ਤੋਂ ਨਿਕਲਦਾ, ਜਿਹਦੇ ਵਿੱਚੋਂ ਭਾਵ ਖਤਮ ਹੋ ਜਾਂਦੇ ਆ। ਅਤੇ ਇਸੇ ਭਾਵ ਵਿਹੀਨ ਜੋ ਕੰਮ ਕਰ ਰਹੇ ਸੀਗੇ ਹਿੰਦੂ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਵਰਜਿਆ, ਫਿਰ ਮੁਸਲਮਾਨ, ਉਹਨਾਂ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਨੇ ਵਰਜਿਆ, ਕਿਉਂਕਿ ਉਹ ਆਪਣੀਆਂ ਟੀਚਿੰਗਸ ਤੱਕ ਤੇ ਛੱਡ ਆਏ ਸੀਗੇ ਨਾ। ਔਰ ਤਕਰੀਬਨ ਬੀਇੰਗ ਅ ਸਿੱਖ ਆਪਾਂ ਵੀ ਅੱਜ ਉਹੀ ਕੰਮ ਕਰ ਰਹੇ ਹਾਂ ਜੋ ਗੁਰੂ ਮਹਾਰਾਜ ਨੇ ਸਾਨੂੰ ਬਾਕੀਆਂ ਨੂੰ ਜਿਨ੍ਹਾਂ ਤੋਂ ਵਰਜਿਆ, ਅਸੀਂ ਉਹੀ ਕੰਮ ਅਸੀਂ ਆਪ ਕਰ ਰਹੇ ਹਾਂ ਔਰ ਗੁਰੂ ਨਾਨਕ ਦੇ ਨਾਮ ਦੇ ਥੱਲੇ ਕਰ ਰਹੇ ਹਾਂ। ਸੋ ਇੰਨੀ ਕੁ ਗੱਲ ਮੈਂ ਤੁਹਾਡੇ ਨਾਲ ਕਰ ਚੁੱਕੀ ਸੀਗੀ। ਹੁਣ ਸਵਾਲ ਇਹ ਆਉਂਦਾ, ਮੈਂ ਪਿਛਲੇ ਐਪੀਸੋਡ 'ਚ ਕਿਹਾ ਸੀਗਾ ਕਿ ਅਸੀਂ ਸ਼ੁਭ ਅਮਲਾਂ ਦੀ ਗੱਲ ਕਰਾਂਗੇ ਕਿ ਜਿਹਨੂੰ ਗੁਰੂ ਨਾਨਕ ਕਹਿੰਦੇ ਨੇ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਉਹ ਸ਼ੁਭ ਅਮਲ ਕਿਹੜੇ ਨੇ ਉਹਦੇ ਉੱਤੇ ਆਪਾਂ ਗੱਲ ਕਰਾਂਗੇ। ਪਰ ਫਿਰ ਮੈਨੂੰ ਲੱਗਦਾ ਕਿ ਸ਼ਾਇਦ ਸ਼ੁਭ ਅਮਲਾਂ ਤੱਕ ਪਹੁੰਚਣ ਤੋਂ ਪਹਿਲਾਂ ਸਾਨੂੰ 2-3 ਸਵਾਲ ਹੱਲ ਕਰਨੇ ਬਹੁਤ ਜ਼ਰੂਰੀ ਆ, ਸਾਨੂੰ 2-3 ਚੀਜ਼ਾਂ ਬਾਰੇ ਸਮਝ ਲੈਣਾ ਬਹੁਤ ਜ਼ਰੂਰੀ ਆ। ਜੇ ਉਹ ਨਹੀਂ ਸਮਝਿਆ ਤਾਂ ਸ਼ੁਭ ਅਮਲ ਕੀ ਨੇ ਅਤੇ ਕਿਵੇਂ ਆਪਣੀ ਲਾਈਫ ਦੇ ਵਿੱਚ ਲੈ ਕੇ ਆ ਸਕਦੇ ਹਾਂ, ਉਹ ਸਮਝਣਾ ਸ਼ਾਇਦ ਪੋਸੀਬਲ ਨਹੀਂ ਆ। ਕਹਿ ਲਓ ਕਿ ਜਿਸ ਤਰ੍ਹਾਂ ਬਾਕੀ ਸਾਰੇ ਅਜੇ ਤੱਕ ਆਪਾਂ ਬੋਲਦੇ ਰਹਿੰਦੇ ਹਾਂ, ਸਭ ਨੂੰ ਦੱਸਦੇ ਰਹਿੰਦੇ ਕਿ ਇੰਝ ਕਰੋ, ਉਹ ਕਰੋ, ਗੁਰੂ ਨਾਨਕ ਇਹ ਕਹਿੰਦੇ ਨੇ, ਉਹ ਸ਼ਾਇਦ ਉਹੀ ਇੱਕ ਧਾਰਾ ਦੇ ਵਿੱਚ ਮੈਂ ਵੀ ਵਹਿ ਜਾਊਂਗੀ। ਸੋ ਬੈਟਰ ਆ ਕਿ ਪਹਿਲਾਂ ਆਪਾਂ ਉਹ ਸਮਝ ਲਈਏ ਕਿ ਅਸੀਂ ਉੱਥੋਂ ਤੱਕ ਪਹੁੰਚ ਕਿਉਂ ਨਹੀਂ ਪਾ ਰਹੇ। ਸ਼ੁਭ ਅਮਲਾਂ ਤੱਕ ਪਹੁੰਚਣ ਤੋਂ ਪਹਿਲਾਂ ਸ਼ੁਭ ਅਮਲ ਕੀ ਨੇ, ਕਿਵੇਂ ਸਾਡੀ ਜ਼ਿੰਦਗੀ 'ਚ ਉਤਰਨੇ ਚਾਹੀਦੇ ਨੇ, ਉੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਆਪਾਂ ਇਸ ਗੱਲ ਬਾਰੇ ਡਿਸਕਸ਼ਨ ਕਰ ਲਈਏ ਕਿ ਉਹਦੇ ਰਾਹ ਦੇ ਵਿੱਚ ਰੋੜੇ ਕੀ ਨੇ। ਸੋ ਸਭ ਤੋਂ ਪਹਿਲਾ ਰੋੜਾ ਤੇ ਜਿਹੜਾ ਹੈ ਉਹ ਇਹ ਆ ਜੀ ਕਿ ਤੁਹਾਡੇ 'ਚੋਂ ਬਹੁਤ ਸਾਰੇ ਇਹ ਸੋਚਦੇ ਹੋਣਗੇ, ਜਿਹੜੇ ਮੈਂ ਪਿਛਲੇ 2 ਐਪੀਸੋਡ ਵੀ ਕੀਤੇ ਆ, ਉਹਦੇ ਵਿੱਚ ਜੋ ਕੁਛ ਵੀ ਮੈਂ ਬੋਲਿਆ, ਤੁਹਾਡੇ 'ਚੋਂ ਬਹੁਤ ਸਾਰਿਆਂ ਨੇ ਸੋਚਿਆ ਹੋਊਗਾ ਕਿ ਮੇਰੀ ਗੱਲ ਨਹੀਂ ਕਰ ਰਹੀ, ਇਹ ਕਿਸੇ ਹੋਰ ਬੰਦੇ ਦੀ ਗੱਲ ਕਰ ਰਹੀ ਆ। ਜਦੋਂ ਇਹ ਕਹਿੰਦੀ ਆ ਕਿ ਤੁਸੀਂ ਵੀ ਕਰਮ ਕਾਂਡਾਂ 'ਚ ਫਸ ਗਏ, ਮੈਂ ਤਾਂ ਸਿੱਖ ਹਾਂ, ਮੈਂ ਗੁਰੂ ਨਾਨਕ ਨੂੰ ਮੰਨਦਾ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਿਲਕੁਲ ਉਹਨਾਂ ਦੇ ਉੱਤੇ ਆਪਣਾ ਮੇਰਾ ਵਿਸ਼ਵਾਸ ਆ, ਮੈਂ ਕਰਮ ਕਾਂਡੀ ਨਹੀਂ।
ਫਿਰ ਇਹ ਜਿਹਦੇ ਬਾਰੇ ਗੱਲ ਕਰ ਰਹੀ ਉਹ ਕੋਈ ਹੋਰ ਸਿੱਖ ਹੋਣਗੇ, ਉਹ ਅਸੀਂ ਨਹੀਂ ਹੈਗੇ। ਇਹ ਤਕਰੀਬਨ ਹਰ ਇੱਕ ਸਿੱਖ ਦੇ ਦਿਲ ਦੇ ਵਿੱਚ ਇਹ ਗੱਲ ਹੋਊਗੀ ਕਿ ਇਹ ਜਿਹੜੇ ਸਿੱਖਾਂ ਦੀ ਗੱਲ ਇਹ ਕਰ ਰਹੀ ਆ ਬੀਬੀ, ਉਹ ਤਾਂ ਸਿੱਖ ਕੋਈ ਹੋਰ ਹੈ, ਉਹ ਅਸੀਂ ਨਹੀਂ ਹੈ। ਹੁਣ ਇਸੇ ਚੀਜ਼ ਨੂੰ ਮੈਂ ਤੁਹਾਡੇ ਨਾਲ ਹੁਣ ਅੱਗੇ ਡਿਸਕਸ ਕਰੂੰਗੀ। ਉਹਦੇ ਵਾਸਤੇ 3 ਚੀਜ਼ਾਂ ਜਿਹੜੀਆਂ ਹੈ, 3 ਪਹਿਲੂ, 3 ਫੈਕਟਰ ਸਮਝਣੇ ਬਹੁਤ ਜ਼ਰੂਰੀ ਆ। ਪਹਿਲੇ ਕਿ ਅਸੀਂ ਮੰਨਦੇ ਕਿਉਂ ਨਹੀਂ, ਕਿਉਂਕਿ ਜਿਹੜੀ ਮੈਂ ਗੱਲ ਅਜੇ ਤੱਕ ਕੀਤੀ ਆ ਉਹ ਕਿਤੇ ਨਾ ਕਿਤੇ, ਚਾਹੇ ਉਹ ਕਿਸੇ ਉੱਤੇ 5% ਲਾਗੂ ਹੁੰਦੀ ਹੋਵੇ, ਚਾਹੇ 10%, ਚਾਹੇ 20%, ਚਾਹੇ 100%, ਉਹ ਸਾਡੇ ਸਾਰਿਆਂ 'ਤੇ ਲਾਗੂ ਹੁੰਦੀ ਆ। ਕਿਉਂਕਿ ਜੇ ਲਾਗੂ ਨਾ ਹੁੰਦੀ ਨਾ ਤਾਂ ਅੱਜ ਜਿੱਥੇ ਅਸੀਂ ਖੜ੍ਹੇ ਹਾਂ ਉੱਥੇ ਖੜ੍ਹੇ ਨਹੀਂ ਸੀ ਹੋਣਾ। ਸਾਡੇ ਵਿੱਚ ਅੱਜ ਵੀ ਬਾਬਾ ਬੰਦਾ ਬਹਾਦਰ ਜਿਹੜੇ ਆ ਉਹ ਹੋਣੇ ਸੀ। ਸਾਡੇ ਵਿੱਚ ਅੱਜ ਵੀ ਜਿਹੜਾ ਸਾਡਾ ਰਾਜ ਹੈ, ਜਿਹਨੂੰ ਅਸੀਂ ਕਾਇਮ ਕਰਨ ਲਈ ਤੁਰੇ ਫਿਰਦੇ ਹਾਂ, ਉਹ ਸਾਨੂੰ ਗੁਰੂ ਨੇ ਥਾਲੀ 'ਚ ਪਾ ਕੇ ਦੇਣਾ ਸੀ। ਕਿਉਂਕਿ ਤਖਤ ਬਹੇ ਤਖਤੇ ਕੇ ਲਾਇਕ ਗੁਰੂ ਪਾਤਸ਼ਾਹ ਕਹਿੰਦੇ ਨੇ। ਸੋ ਉਹ ਜੇ ਅਸੀਂ ਉਸ ਲੈਵਲ ਦੇ ਉਸ ਲਾਇਕ ਹੁੰਦੇ ਨਾ, ਅਤੇ ਉਹ ਬੇਸ਼ੱਕ ਸਾਨੂੰ ਆਪਣੇ ਆਪ ਉਹਨਾਂ ਦੇ ਦੇਣਾ ਸੀ। ਨਹੀਂ ਹਾਂ, ਅਸੀਂ ਰੁਲਦੇ ਫਿਰਦੇ ਹਾਂ। ਉਹਦਾ ਕਾਰਨ ਇਹੀ ਆ ਕਿ ਕਿਤੇ ਨਾ ਕਿਤੇ ਅਸੀਂ ਆਪਣੀਆਂ ਸਿੱਖੀ ਕਦਰਾਂ ਕੀਮਤਾਂ ਨੂੰ ਵਿਸਾਰ ਗਏ। ਸੋ ਇਸ ਕਰਕੇ ਪਹਿਲੀ ਗੱਲ ਤਾਂ ਫਸਟ ਫੈਕਟਰ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਉਹ ਇਹ ਆ ਕਿ ਅਸੀਂ ਮੰਨਦੇ ਕਿਉਂ ਨਹੀਂ, ਜਾਂ ਉਹ ਐਸੀ ਕੀ ਚੀਜ਼ ਆ ਜਿਹੜੀ ਸਾਨੂੰ ਰੋਕਦੀ ਆ ਇਹ ਮੰਨਣ ਤੋਂ ਕਿ ਮੇਰੇ ਵਿੱਚ ਵੀ ਕਮੀਆਂ ਨੇ। ਦੂਸਰੀ, ਹੈਬਿਟ ਫਾਰਮੇਸ਼ਨ। ਕਿਸ ਤਰੀਕੇ ਨਾਲ ਜਿਹੜੇ ਵਰਤਾਰੇ ਆਪਾਂ ਰੋਜ਼ ਨਿਤਨੇਮ ਦੇ ਵਿੱਚ ਕਰਦੇ ਹਾਂ, ਨਿਤਨੇਮ ਦਾ ਮਤਲਬ ਹੈ ਕਿ ਜਿਹੜਾ ਨਿੱਤ ਸਾਡਾ ਨਿਯਮ ਬਣ ਗਿਆ, ਉਹ ਸਾਡਾ ਨਿੱਤ ਦਾ ਨਿਯਮ, ਡੇਲੀ ਪ੍ਰੈਕਟਿਸ ਸਾਡੀ ਜਿਹੜੀ ਆ ਉਹ ਕਿਵੇਂ ਇੱਕ ਜਾ ਕੇ ਕਰਮਕਾਂਡ, ਜਿਹਨੂੰ ਆਪਾਂ ਅੱਜ ਸਮਝਦੇ ਹਾਂ ਕਰਮਕਾਂਡ, ਉਹ ਬਣ ਜਾਂਦੀ ਹੈ। ਕਿਵੇਂ ਉਹ ਇੱਕ ਤਰ੍ਹਾਂ ਨਾਲ ਮਕੈਨੀਕਲ ਵਰਤਾਰਾ ਹੋ ਜਾਂਦੀ ਆ। ਦੂਸਰਾ ਫੈਕਟਰ ਇਹ ਹੈ। ਤੀਸਰਾ ਫੈਕਟਰ ਇਹ ਹੈ ਭਾਵ। ਉਹ ਕੀ ਚੀਜ਼ ਹੈ ਜਿਹੜੀ ਕਿ ਸਾਡੇ ਵਿੱਚੋਂ ਮਾਈਨਸ ਹੋ ਜਾਂਦੀ ਆ, ਅਤੇ ਜੋ ਅਸੀਂ ਬੜੇ ਪਿਆਰ ਨਾਲ ਪਾਠ ਕਰਦੇ ਹਾਂ, ਅਤੇ ਜਦੋਂ ਇਹ ਪਹਿਲੇ ਦਿਨ ਅਸੀਂ ਪਾਠ ਕਰਨ ਬੈਠਦੇ ਹਾਂ ਉਹਦਾ ਅਸਰ ਸਾਨੂੰ ਹੋਰ ਲੱਗਦਾ। ਜਦੋਂ ਅਸੀਂ ਰੈਗੂਲਰਲੀ ਕਰਦੇ ਰਹਿੰਦੇ ਹਾਂ ਇੱਕ ਟਾਈਮ 'ਤੇ ਜਾ ਕੇ ਅਤੇ ਸਾਨੂੰ ਉਹ ਜਿਹਨੂੰ ਬਾਬੇ ਅੱਜ ਕੱਲ੍ਹ ਕਹਿੰਦੇ ਤੋਤਾ ਰਟਨ ਸ਼ੁਰੂ ਹੋ ਜਾਂਦਾ। ਉਹ ਕਿਉਂ ਹੋ ਜਾਂਦਾ ਆ? ਉਹਦੇ ਵਿੱਚੋਂ ਕੀ ਚੀਜ਼ ਮਾਈਨਸ ਹੋ ਜਾਂਦੀ ਹੈ? ਉਹ ਮਾਈਨਸ ਹੁੰਦੇ ਆ ਭਾਵ। ਅਤੇ ਭਾਵ ਜਿਹੜੇ ਆ ਉਹਨਾਂ ਨੂੰ ਇਮੋਸ਼ਨਲ ਇੰਟੈਲੀਜੈਂਸ ਕਿਹਾ ਜਾ ਸਕਦਾ। ਹੁਣ ਉਹ ਮਾਈਨਸ ਕਿਉਂ ਹੋ ਜਾਂਦੇ ਆ? ਕਿਆ ਅਸੀਂ ਜਾਣਬੁੱਝ ਕੇ ਮਾਈਨਸ ਕਰਦੇ ਹਾਂ ਜਾਂ ਇਹ ਕੁਛ ਨੈਚੁਰਲ ਫਿਨੋਮੀਨਾ ਹੈ? ਜਦੋਂ ਅਸੀਂ ਇਹ ਸਾਰੀਆਂ ਗੱਲਾਂ ਸਮਝ ਲਵਾਂਗੇ, 3 ਫੈਕਟਰ ਸਮਝ ਲਵਾਂਗੇ, ਫਿਰ ਸਾਡੀ ਅਗਲੀ ਗੱਲ ਚੱਲੂਗੀ। ਕਿਉਂਕਿ ਬੇਸਿਕਲੀ ਜਾ ਕੇ ਜਦੋਂ ਸਾਨੂੰ ਇਹ ਪਤਾ ਲੱਗ ਜੂਗਾ ਕਿ ਗੇਮ ਸਾਰੀ ਇਹ ਆ ਕਿ ਜੋ ਅਸੀਂ ਕੰਮ ਕਰ ਰਹੇ ਸੀ ਉਹਦੇ ਵਿੱਚੋਂ ਭਾਵ ਮਾਈਨਸ ਹੋ ਗਏ, ਅਤੇ ਭਾਵਾਂ ਨੂੰ ਹੀ ਫੜ ਕੇ ਰੱਖਣਾ ਆ। ਅਤੇ ਉਹੀ ਸਾਡੀ, ਕਿਉਂਕਿ ਜਦੋਂ ਅਸੀਂ ਭਾਵਾਂ ਨੂੰ ਫੜ ਕੇ ਰੱਖਾਂਗੇ, ਜਦੋਂ ਅਸੀਂ ਭਾਵ ਦੇ ਨਾਲ ਹੀ ਇੱਕ ਚੀਜ਼ ਨੂੰ ਪ੍ਰੈਕਟਿਸ ਕਰਾਂਗੇ, ਉਹ ਸਾਡੇ ਕਿਰਦਾਰ ਵਿੱਚ ਉਤਰ ਜਾਊਗੀ। ਫਿਰ ਤੁਸੀਂ ਗੁਰਬਾਣੀ ਹੋ ਜਾਓਗੇ, ਗੁਰਬਾਣੀ ਜੀਣ ਲੱਗ ਜਾਓਗੇ। ਹਜੇ ਤੱਕ ਆਪਾਂ ਸਿਰਫ ਗੁਰਬਾਣੀ ਪੜ੍ਹ ਰਹੇ ਹਾਂ। ਹੁਣ ਇਸ ਸਾਰੀ ਗੱਲ ਨੂੰ ਮੁੱਖ ਰੱਖਦੇ ਹੋਏ ਇਹਨਾਂ 3 ਫੈਕਟਰਸ ਨਾਲ ਡਿਸਕਸ ਕਰਨ ਵਾਸਤੇ ਮੈਂ ਜਿਹੜੇ ਅੱਜ ਤੁਹਾਡੇ ਨਾਲ ਗੱਲ ਕਰੂੰਗੀ। ਹੁਣ ਇਹ ਫੈਕਟਰ ਆਪਣੇ ਆਪ ਵਿੱਚ ਬਹੁਤ ਵਿਸ਼ਾਲ ਨੇ। ਕੱਲਾ ਫੈਕਟਰ ਇੱਕ ਬਹੁਤ ਵੱਡਾ ਸਬਜੈਕਟ ਆ, ਅਤੇ ਸ਼ਾਇਦ ਮੈਨੂੰ ਲੱਗਦਾ ਕਿ 2-2, 3-3 ਐਪੀਸੋਡ ਵੀ ਇੱਕ ਫੈਕਟਰ ਦੇ ਉੱਤੇ ਲਾਵਾਂ ਅਤੇ ਫਿਰ ਸ਼ਾਇਦ ਗੱਲ ਸਮਝ ਆਊਗੀ। ਇਸ ਕਰਕੇ ਮੈਂ ਕੋਸ਼ਿਸ਼ ਕਰੂੰਗੀ ਕਿ 3 ਐਪੀਸੋਡਸ ਦੇ ਵਿੱਚ ਮੈਂ ਇਹਨਾਂ 3 ਫੈਕਟਰਸ ਬਾਰੇ ਅਲੱਗ-ਅਲੱਗ ਗੱਲ ਕਰਾਂ। ਅੱਜ ਜਿਹਦੇ ਉੱਤੇ ਆਪਾਂ ਗੱਲ ਕਰਨੀ ਆ ਉਹ ਹੈ ਪਹਿਲਾ ਫੈਕਟਰ ਕਿ ਅਸੀਂ ਮੰਨਦੇ ਕਿਉਂ ਨਹੀਂ। ਕਿਉਂਕਿ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਨਾ ਕਿ ਅਸੀਂ ਮੰਨਦੇ ਕਿਉਂ ਨਹੀਂ। ਜੇ ਅਸੀਂ ਇਹ ਸਮਝ ਲਵਾਂਗੇ ਕਿ ਸਾਡੇ 'ਚ ਕਮੀਆਂ ਹੈ, ਜੇ ਅਸੀਂ ਮੰਨ ਲਵਾਂਗੇ ਕਿ ਸਾਡੇ 'ਚ ਕਮੀਆਂ ਹੈ, ਉਸ ਤੋਂ ਬਾਅਦ ਹੀ ਅਸੀਂ ਆਪਣੇ ਆਪ ਨੂੰ ਸੁਧਾਰਨ ਵੱਲ ਚੱਲਾਂਗੇ। ਉਸ ਤੋਂ ਪਹਿਲਾਂ ਅਸੀਂ ਸੁਧਾਰ ਨਹੀਂ ਸਕਦੇ, ਕਿਉਂਕਿ ਜਦ ਤੱਕ ਅਸੀਂ ਇਹੀ ਨਹੀਂ ਮੰਨਦੇ ਕਿ ਮੇਰੇ 'ਚ ਕੋਈ ਕਮੀ ਹੈ ਤਾਂ ਮੈਂ ਸੁਧਾਰ ਕਿੱਦਾਂ ਸਕੂੰਗੀ, ਮੈਂ ਸੁਧਾਰੂੰਗੀ ਕਿਵੇਂ? ਜਦੋਂ ਮੈਂ ਇਹ ਕਹਿ ਰਹੀ ਹਾਂ ਕਿ ਮੈਂ ਪਰਫੈਕਟ ਹਾਂ, ਮੇਰੀ ਨੌਲੇਜ ਪਰਫੈਕਟ ਆ, ਜੋ ਮੈਂ ਕਹਿ ਰਹੀ ਹਾਂ, ਜੋ ਮੇਰੀ ਇੰਟਰਪ੍ਰੀਟੇਸ਼ਨ ਹੈ, ਦੈਟ ਇਜ਼ ਦੀ ਲਾਸਟ ਵਰਡ ਆਫ ਦੀ ਨੌਲੇਜ, ਜਦ ਤੱਕ ਮੈਂ ਇਹ ਗੱਲ ਕਹਿੰਦੀ ਹਾਂ, ਉਸ ਦਾ ਮਤਲਬ ਸਿੱਧਾ ਇਹ ਆ ਕਿ ਮੇਰੇ ਕੋਲ ਅੱਗੇ ਇੰਪਰੂਵਮੈਂਟ ਦਾ ਕੋਈ ਸਕੋਪ ਨਹੀਂ ਆ। ਸੋ ਸਭ ਤੋਂ ਪਹਿਲਾ ਇੰਪੋਰਟੈਂਟ ਪੁਆਇੰਟ ਤਾਂ ਹੈ ਕਿ ਅਸੀਂ ਆਪਣੇ ਆਪ ਨੂੰ ਮਨਾਈਏ ਕਿ ਸਾਡੇ ਵਿੱਚ ਕਮੀਆਂ ਹੈ ਨੇ। ਫਿਰ ਅਸੀਂ ਦੇਖੀਏ ਕਿ ਕਮੀਆਂ ਕੀ ਨੇ, ਫਿਰ ਇਹ ਦੇਖੀਏ ਕਿ ਉਹ ਕਮੀਆਂ ਕਿੱਦਾਂ ਆਈਆਂ, ਅਤੇ ਫਿਰ ਇਹ ਦੇਖੀਏ ਕਿ ਉਹਨਾਂ ਕਮੀਆਂ ਨੂੰ ਅਸੀਂ ਸੁਧਾਰਨਾ ਕਿਵੇਂ ਹੈ। ਕਿਉਂਕਿ ਇੱਕ ਤੋਂ ਬਾਅਦ ਦੂਜੀ ਰਾਹ ਖੁੱਲੂਗੀ। ਅਸੀਂ ਪਹਿਲੇ ਤੋਂ ਸਿੱਧੀ 7ਵੀਂ ਮੰਜ਼ਿਲ ਦੇ ਉੱਤੇ ਛਾਲ ਨਹੀਂ ਮਾਰ ਸਕਦੇ। ਪਹਿਲਾਂ ਗਰਾਊਂਡ ਫਲੋਰ ਤੋਂ ਫਸਟ ਤੋਂ ਸੈਕਿੰਡ ਜਾਣਾ ਪਊਗਾ। ਸੋ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਮੰਨਦੇ ਕਿਉਂ ਨਹੀਂ ਕਿ ਸਾਡੇ 'ਚ ਕਮੀਆਂ ਨੇ। ਹੁਣ ਪ੍ਰੋਬਲਮ ਕਿੱਥੇ ਆਉਂਦੀ ਆ ਨਾ, ਸਿੱਖਾਂ ਦੇ ਵਿੱਚ। ਮੈਂ ਇਸ ਟਾਈਮ 'ਚ ਸਿਰਫ ਗੱਲ ਸਿੱਖਾਂ ਦੀ ਕਰ ਰਹੀ ਹਾਂ। ਸਿੱਖਾਂ ਦੇ ਕੋਲ ਰੈਫਰੈਂਸ ਪੁਆਇੰਟ ਇੰਨੇ ਜ਼ਬਰਦਸਤ ਨੇ। ਸਾਡੇ ਕੋਲ ਜਿਹੜੇ ਸਾਡੇ ਹਿਸਟੋਰੀਕਲ ਹੀਰੋਜ਼ ਨੇ, ਉਹਨਾਂ ਦੇ ਕਿਰਦਾਰ ਇੰਨੇ ਉੱਚੇ ਅਤੇ ਸੁੱਚੇ ਨੇ
ਕਿ ਸਾਡੇ ਕੋਲ ਮਾਫੀ ਦੀ ਕੋਈ ਜਗ੍ਹਾ ਨਹੀਂ ਬਚਦੀ, ਕੋਈ ਗੁੰਜਾਇਸ਼ ਨਹੀਂ ਬਚਦੀ। ਹੁਣ ਮਾਫੀ ਤੋਂ ਮੇਰਾ ਭਾਵ ਕੀ ਆ? ਮਾਫੀ ਤੋਂ ਮੇਰਾ ਮਤਲਬ ਸਿਰਫ ਇੰਨਾ ਕੁ ਹੈ ਕਿ ਜਦੋਂ ਵੀ ਅਸੀਂ ਕਿਸੇ ਇੱਕ ਅਹੁਦੇ ਦੇ ਉੱਤੇ ਜਾਂ ਕਿਸੇ ਅੰਮ੍ਰਿਤਧਾਰੀ ਸਿੰਘ ਨੂੰ ਦੇਖਦੇ ਹਾਂ ਅਤੇ ਉਸ ਅੰਮ੍ਰਿਤਧਾਰੀ ਸਿੰਘ ਨੂੰ ਅਸੀਂ ਬਾਕਾਇਦਾ ਉਹਨਾਂ 5 ਪਿਆਰਿਆਂ ਵਰਗਾ ਹੀ ਦੇਖਣਾ ਚਾਹੁੰਦੇ ਹਾਂ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਜੇ ਸੀ। ਪਰ ਜਦੋਂ ਉਸ ਅੰਮ੍ਰਿਤਧਾਰੀ ਸਿੰਘ ਦੇ ਵਿੱਚ ਕੋਈ ਇੱਕ ਛੋਟੀ ਜਿਹੀ ਵੀ ਕਮੀ, ਇੱਕ ਬਿਲਕੁਲ ਨਾਮਾਤਰ ਇੱਕ ਛੋਟੀ ਜਿਹੀ ਵੀ ਕਮੀ ਲੱਭਦੀ ਆ ਅਤੇ ਸਾਨੂੰ ਲੱਗਦਾ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ 5 ਪਿਆਰੇ ਨਹੀਂ ਸੀ ਉਸਾਰੇ, ਤਾਂ ਅਸੀਂ ਉਹਨਾਂ ਅੰਮ੍ਰਿਤਧਾਰੀ ਸਿੰਘਾਂ ਦੇ ਉੱਤੇ ਤੰਜ਼ ਕੱਸਣੇ ਸ਼ੁਰੂ ਕਰ ਦਿੰਦੇ ਹਾਂ। ਅਸੀਂ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਨਹੀਂ ਜੀ ਇਹ ਤਾਂ ਐਵੇਂ ਆ, ਇਹ ਗਲਤ ਆ, ਕਿਉਂਕਿ ਸਾਡੇ ਕੋਲ ਰੈਫਰੈਂਸ ਪੁਆਇੰਟ ਬਹੁਤ ਵੱਡੇ ਨੇ। ਜਦੋਂ ਅਸੀਂ ਗੁਰੂ ਘਰ ਦੇ ਕੋਈ ਗ੍ਰੰਥੀ ਸਿੰਘ ਹੈਗੇ ਆ, ਉਹ ਅਗਰ ਪਾਠ ਕਰ ਰਹੇ ਆ ਅਤੇ ਮੰਨ ਲਓ ਕਿ ਉਹ ਬਹੁਤ ਬਜ਼ੁਰਗ ਔਰ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਆ ਔਰ ਉਹਨਾਂ ਦੀ ਕਿਤੇ ਅੱਖ ਲੱਗ ਗਈ, ਉਹ ਸੌਂ ਗਏ ਉੱਤੇ ਹੀ ਗੱਲ ਪਾਠ ਕਰਦੇ ਕਰਦੇ, ਅਤੇ ਅਸੀਂ ਉਸੇ ਵੇਲੇ ਉਹਨਾਂ ਨੂੰ ਬੋਲਣਾ ਸ਼ੁਰੂ ਕਰ ਦਿੰਦੇ ਹਾਂ ਕਿ ਇਹ ਇੱਦਾਂ ਹੈ। ਬੇਸ਼ੱਕ ਉਹ ਗਲਤ ਆ, ਜੋ ਉਹ ਕਰ ਰਹੇ ਆ ਉਹ ਗਲਤ ਆ। ਜੇ ਤੁਸੀਂ ਥੱਕ ਗਏ ਤੁਸੀਂ ਜਾ ਕੇ ਸੋ ਜਾਓ ਜਾਂ ਉਹ ਡਿਊਟੀ ਨਾ ਲਓ, ਕਿਉਂਕਿ ਜੋ ਤੁਸੀਂ ਪਾਠ ਕਰ ਰਹੇ ਆ ਤੁਸੀਂ ਉੱਥੇ ਹੋਣੇ ਚਾਹੀਦੇ ਆ। ਪਰ ਕਿਉਂਕਿ ਸਾਡੇ ਕੋਲ ਰੈਫਰੈਂਸ ਪੁਆਇੰਟ ਕੀ ਆ? ਬਾਬਾ ਬੁੱਢਾ ਜੀ, ਜਿਹੜੇ ਪਹਿਲੇ ਗੁਰੂ ਘਰ ਦੇ ਸੇਵਕ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਪਹਿਲੇ ਗ੍ਰੰਥੀ। ਅਸੀਂ ਸਾਰੇ ਆਪਣੇ ਗ੍ਰੰਥੀ ਸਿੰਘਾਂ ਦਾ ਇੱਕ ਰੈਫਰੈਂਸ ਪੁਆਇੰਟ ਅਨਕੌਂਸ਼ੀਅਸਲੀ ਬਾਬਾ ਬੁੱਢਾ ਜੀ ਨਾਲ ਲਾ ਕੇ ਰੱਖਿਆ ਆ ਕਿ ਉਹ ਬਾਬਾ ਬੁੱਢਾ ਜੀ ਜਿਹੜੇ ਬਿਮਾਰੀ ਦੀ ਹਾਲਤ ਦੇ ਵਿੱਚ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਿਲਣ ਚਲੇ ਜਾਂਦੇ ਆ। ਹੁਣ ਉਸ ਰੈਫਰੈਂਸ ਪੁਆਇੰਟ ਦੇ ਨਾਲ ਅਸੀਂ ਉਸ ਗ੍ਰੰਥੀ ਸਿੰਘ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਤਾਂ ਸੌਂ ਗਿਆ, ਇਸ ਕਰਕੇ ਸਾਡੇ ਕੋਲ ਕੋਈ ਮਾਫੀ ਹੈ ਨਹੀਂ। ਫਿਰ ਅਸੀਂ ਉਹਦੇ ਉੱਤੇ ਤੰਜ ਕੱਸਣੇ ਸ਼ੁਰੂ ਕਰ ਦਿੰਦੇ ਹਾਂ, ਫਿਰ ਅਸੀਂ ਉਹਨੂੰ ਉਹਦੇ 'ਚ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਬਣਦੀ ਵੀ ਹੈ ਕਿਉਂਕਿ ਤੁਸੀਂ ਗਲਤ ਜੋ ਕਰਦੇ ਹੋ, ਕਿਉਂਕਿ ਇਹ ਮੇਰੇ ਆਪਣੇ ਤਸੱਵੁਰ ਵਿੱਚ ਇਹ ਗੱਲ ਨਹੀਂ ਆਉਂਦੀ ਕਿ ਕੋਈ ਅੱਧਾ ਅਧੂਰਾ ਸਿੱਖ ਹੋ ਸਕਦਾ ਆ, ਜਾਂ ਤਾਂ ਕੋਈ ਪੂਰਾ ਸਿੱਖ ਹੋ ਸਕਦਾ ਅਤੇ ਜਾਂ ਫਿਰ ਨਹੀਂ ਹੋ ਸਕਦਾ। ਅੱਧ ਅਧੂਰਾ ਸਿੱਖ ਕੋਈ ਨਹੀਂ ਹੁੰਦਾ, ਇਹ ਡੈਫੀਨੇਸ਼ਨ ਹੀ ਨਹੀਂ ਹੈ ਸਿੱਖੀ ਦੇ ਵਿੱਚ। ਅੱਧੇ ਅਧੂਰੇ ਲੋਕਾਂ ਦੀ, ਕੱਚੇ ਪਿੱਲੇ ਲੋਕਾਂ ਦੀ ਕੋਈ ਡੈਫੀਨੇਸ਼ਨ ਨਹੀਂ ਹੈ। ਸਿੱਖ ਪੂਰਾ ਹੋਊਗਾ ਜਾਂ ਤਾਂ ਸਿੱਖ ਜਿਹੜਾ ਹੈ ਉਹ ਰਾਜ ਕਰ ਜਾਊਗਾ ਅਤੇ ਜਾਂ ਫਿਰ ਬੰਦ ਕਟਾ ਜਾਊਗਾ, ਦੋ ਹੀ ਗੱਲਾਂ। ਵਿਚਕਾਰ ਦਾ ਕੋਈ ਰਸਤਾ ਹੈ ਨਹੀਂ ਸਾਡੇ ਕੋਲ ਕਿ ਉਹਦੇ ਨਾਲ ਵੀ ਤੁਸੀਂ ਹਾਂਜੀ ਹਜ਼ੂਰੀ ਕਰ ਲਓ ਅਤੇ ਉਹਦੀ ਵੀ ਜੀ ਹਜ਼ੂਰੀ ਕਰ ਲਓ, ਇਹ ਹੈ ਨਹੀਂ। ਇਸ ਕਰਕੇ ਸਾਡੇ ਕੋਲ ਕਿਉਂਕਿ ਜਿਹੜੇ ਰੈਫਰੈਂਸ ਪੁਆਇੰਟ ਹੈ ਸਾਡੇ ਕੋਲ, ਹਿਸਟੋਰੀਕਲ ਰੈਫਰੈਂਸ ਪੁਆਇੰਟ, ਉਹ ਐਡੇ ਮਹਾਨ ਨੇ ਕਿ ਸਾਨੂੰ ਉਹਦੇ ਵਿੱਚ ਇੰਨੀ ਜਿੰਨੀ ਵੀ ਜਿਹੜੀ ਮਿਲਾਵਟ ਆ ਉਹ ਪਸੰਦ ਨਹੀਂ ਅਨਕੌਂਸ਼ੀਅਸਲੀ, ਔਰ ਅਸੀਂ ਹਰ ਇੱਕ ਚੀਜ਼ ਨੂੰ ਉਹਦੇ ਨਾਲ ਮੇਲ ਕੇ ਦੇਖਦੇ ਹਾਂ। ਜਦੋਂ ਸੇਵਾ ਦੀ ਗੱਲ ਆਉਂਦੀ ਹੈ ਤਾਂ ਸਾਡੇ ਕੋਲ ਭਾਈ ਕਨ੍ਹਈਆ ਜੀ ਦੀ ਇਗਜ਼ਾਮਪਲ ਆ ਜਾਂਦੀ ਹੈ, ਸਾਡੇ ਕੋਲ ਭਗਤ ਪੂਰਨ ਸਿੰਘ ਦੀ ਇਗਜ਼ਾਮਪਲ ਆ ਜਾਂਦੀ ਹੈ। ਹੁਣ ਇੱਕ ਛੋਟੀ ਜਿਹੀ ਇਗਜ਼ਾਮਪਲ ਅੱਜ ਕੱਲ੍ਹ ਨਵੀਂ ਚੱਲ ਵੀ ਰਹੀ ਆ, ਬੜਾ ਰੀਸੈਂਟ, ਜਿਹੜੇ ਉਹ 2 ਪੁਲਿਸ ਵਾਲੇ ਉਹ ਸੇਵਾ ਕਰਦੇ ਆ। ਸੇਵਾ ਉਹ ਚੰਗੀ ਕਰ ਰਹੇ, ਪਰ ਮੈਂ ਜਿੰਨਾ ਵੀ ਉਹਨਾਂ ਬਾਰੇ ਸੁਣ ਰਹੀ ਹਾਂ ਅਤੇ ਉਹ ਸਾਰੇ ਉਹਨੂੰ ਕਹਿ ਰਹੇ ਕਿ ਉਹਨਾਂ ਨੂੰ ਜੀ ਭਗਤ ਪੂਰਨ ਸਿੰਘ ਦੀ ਨਾ ਜੀਵਨੀ ਪੜ੍ਹਾਓ। ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਵਿੱਚ ਚੰਗਾ ਕੀ ਆ, ਸਹੀ ਕੀ ਆ, ਗਲਤ ਕੀ ਆ, ਜਾਂ ਉਹ ਕਿੰਨੇ ਕੁ ਸਹੀ ਕਿੰਨੇ ਕੁ ਗਲਤ, ਮੈਨੂੰ ਨਹੀਂ ਪਤਾ। ਮੈਂ ਇਸ ਗੱਲ 'ਚ ਪੈਣਾ ਵੀ ਨਹੀਂ ਚਾਹੁੰਦੀ, ਪਰ ਮੈਨੂੰ ਇੰਨਾ ਕੁ ਸਮਝ ਆਉਂਦੀ ਆ ਕਿ ਜਦੋਂ ਅਸੀਂ ਸੇਵਾ ਦੀ ਗੱਲ ਕਰਦੇ ਹਾਂ ਨਾ, ਅਤੇ ਸਾਡੇ ਕੋਲ ਰੈਫਰੈਂਸ ਪੁਆਇੰਟ ਭਾਈ ਕਨ੍ਹਈਆ ਅਤੇ ਭਗਤ ਪੂਰਨ ਸਿੰਘ ਵੀ ਹੈ। ਹੁਣ ਜਿਹੜਾ ਵੀ ਬੰਦਾ ਉਹਨਾਂ ਦੇ ਜੀਵਨ ਜਾਚ ਨੂੰ ਅਪਣਾ ਕੇ ਸੇਵਾ ਕਰੂਗਾ ਉਹਨੂੰ ਅਸੀਂ ਐਕਸੈਪਟ ਕਰਾਂਗੇ, ਬਾਕੀ ਸਾਰਿਆਂ ਨੂੰ ਅਸੀਂ ਰਿਜੈਕਟ ਕਰ ਦਿਆਂਗੇ। ਬਾਕੀ ਸਾਰਿਆਂ ਨੂੰ ਸਾਨੂੰ ਲੱਗੂਗਾ ਕਿ ਨਹੀਂ ਇਹਦੇ 'ਚ ਕਮੀ ਆ, ਉੱਥੇ ਸਾਨੂੰ ਉਹ ਅਸੀਂ ਮੰਨਾਂਗੇ ਨਹੀਂ ਕਿ ਇਹ ਸਾਡੇ ਵਿੱਚੋਂ ਕੋਈ ਇੱਕ ਹੈ। ਹੁਣ ਇਸੇ ਤਰੀਕੇ ਨਾਲ ਤੁਸੀਂ ਅੱਗੇ ਆ ਜਾਓ, ਜਦੋਂ ਬਹਾਦਰੀ ਦੀ ਗੱਲ ਆਉਂਦੀ ਹੈ, ਅੱਜ ਕੋਈ ਵੀ ਗੁਰੂ ਗੋਲਡਨ ਟੈਂਪਲ ਦਾ ਦਰਬਾਰ ਸਾਹਿਬ ਵੱਲ ਕੋਈ ਮੂੰਹ ਕਰਕੇ ਅਤੇ ਅਗਰ ਕੋਈ ਉਹਨਾਂ ਦੇ ਬਾਰੇ ਦਰਬਾਰ ਸਾਹਿਬ ਦੀ ਸ਼ਾਨ ਦੇ ਖਿਲਾਫ ਕੁਛ ਬੋਲਦਾ ਹੈ ਤਾਂ ਸਾਡਾ ਪਹਿਲਾ ਜਿਹੜਾ ਰਿਐਕਸ਼ਨ ਹੁੰਦਾ, ਬਹੁਤ ਸਾਰੇ ਯੰਗ ਬੱਚਿਆਂ ਦਾ ਵੀ ਰਿਐਕਸ਼ਨ ਹੁੰਦਾ ਹੈ ਕਿ ਭਿੰਡਰਾਂ ਵਾਲੇ ਹੋਣੇ ਚਾਹੀਦੇ ਸੀ। ਭਿੰਡਰਾਂ ਵਾਲੇ ਹੁੰਦੇ ਨਾ ਫਿਰ ਕਿਸੇ ਨੇ ਕੁਛ ਨਹੀਂ ਸੀ ਕਰਨਾ, ਕਿਉਂਕਿ ਸਾਡੇ ਕੋਲ ਇੱਕ ਰੈਫਰੈਂਸ ਪੁਆਇੰਟ ਹੈ। ਹੁਣ ਭਿੰਡਰਾਂ ਵਾਲੇ ਦੇ ਅਗੇਂਸਟ ਜਾਂ ਭਿੰਡਰਾਂ ਵਾਲੇ ਦੀ ਲਾਈਨ ਦੇ ਵਿੱਚ ਅਸੀਂ ਹੋਰ ਕਿਸੇ ਨੂੰ ਸਮਝ ਹੀ ਨਹੀਂ ਪਾਉਂਦੇ, ਕਿਉਂਕਿ ਜਦੋਂ ਕੋਈ ਨਹੀਂ ਬੋਲਦਾ ਤਾਂ ਉਹ ਕਹਿੰਦਾ ਤੂੰ ਗੁਰੂ ਦਾ ਸਿੱਖ ਹੈ ਨਹੀਂ, ਕਿਉਂਕਿ ਦਰਬਾਰ ਸਾਹਿਬ ਦੇ ਉੱਤੇ ਕੋਈ ਉਂਗਲ ਚੁੱਕੇ ਅਤੇ ਤੂੰ ਬੋਲੇ ਨਾ, ਤੂੰ ਗੁਰੂ ਦਾ ਸਿੱਖ ਨਹੀਂ ਹੈ। ਸਾਡੇ ਕੋਲ ਉਹ ਇੱਕ ਰੈਫਰੈਂਸ ਪੁਆਇੰਟ ਬਣ ਗਿਆ। ਸੋ ਜਦੋਂ ਬਹਾਦਰੀ ਦੀ ਗੱਲ ਆਊਗੀ ਤਾਂ ਸਿੱਖਾਂ ਕੋਲ ਬਹੁਤ ਲੰਬਾ ਚੌੜਾ ਇਤਿਹਾਸ ਬਹਾਦਰੀ ਦਾ ਪਿਆ ਆ। ਸਾਡੇ ਕੋਲ ਸੁੱਖਾ ਸਿੰਘ ਮਹਿਤਾਬ ਸਿੰਘ ਵਰਗੇ ਪਏ ਨੇ, ਜਿਹੜੇ ਜਾ ਕੇ ਇਮੈਜਿਨ ਕਰੋ ਕਿ ਜਿਹਨੂੰ ਅੱਜ ਅਸੀਂ Z+ ਸਿਕਿਉਰਿਟੀ ਕਹਿੰਦੇ ਹਾਂ ਨਾ, ਸ਼ਾਇਦ ਉਸ ਟਾਈਮ ਦੇ ਉੱਤੇ Z++ ਸਿਕਿਉਰਿਟੀ ਕੋਈ ਹੋਵੇ ਤਾਂ ਉਹ ਉਸ ਬੰਦੇ ਦੀ ਹੋਊਗੀ ਜਦੋਂ ਜਾ ਕੇ ਸੁੱਖਾ ਸਿੰਘ ਔਰ ਮਹਿਤਾਬ ਸਿੰਘ ਜਾ ਕੇ ਉਹਦਾ ਗਲ ਵੱਢ ਲਿਆਉਂਦੇ ਨੇ। ਉਹ ਜ਼ਰਾ ਤੁਸੀਂ ਸੋਚ ਕੇ ਦੇਖੋ, ਇਮੈਜਿਨ ਕਰਕੇ ਦੇਖੋ ਕਿ ਉਹ ਕਿੱਦਾਂ ਗਏ ਹੋਣਗੇ, ਕਿੱਦਾਂ ਕਰਕੇ ਆਏ ਹੋਣਗੇ, ਔਰ ਉਹ ਕਿੰਨੇ ਦਿਲ ਨਾਲ ਗਏ ਹੋਣਗੇ। ਉਹਨਾਂ ਨੂੰ ਪਤਾ ਹੋਊਗਾ ਕਿ ਸ਼ਾਇਦ ਅਸੀਂ ਵਾਪਸ ਨਾ ਵੀ ਮੁੜੀਏ,
ਪਰ ਉਹ ਇੱਕ ਗੁਰੂ ਪਿਆਰ ਦੀ ਇੱਕ ਚਿਣਗ ਸੀ। ਹੁਣ ਉਹੋ ਜਿਹੇ ਬਹਾਦਰੀ ਦੇ ਕਿੱਸੇ ਸਾਡੇ ਕੋਲ ਹੈ, ਅਤੇ ਜਦੋਂ ਅਸੀਂ ਇੱਕ ਅੱਧੀ ਅਧੂਰੀ ਕੋਈ ਬਹਾਦਰੀ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਫਿਰ ਸਾਨੂੰ ਉਹ ਬੁਰੀ ਲੱਗਦੀ ਹੈ। ਸਾਨੂੰ ਲੱਗਦਾ ਕਿ ਨਹੀਂ, ਇਹ ਮਾਫੀ ਯੋਗ ਨਹੀਂ, ਇਹ ਕੋਈ ਬਹਾਦਰੀ ਨਹੀਂ ਹੈ। ਹੁਣ ਇਹ ਤਾਂ ਗੱਲ ਰਹੀ ਉਹਨਾਂ ਲੋਕਾਂ ਦੀ ਜਦੋਂ ਅਸੀਂ ਕਿਸੇ ਹੋਰ ਨੂੰ ਦੇਖਦੇ ਹਾਂ ਤਾਂ ਫਿਰ ਅਸੀਂ ਉਹ ਨਹੀਂ ਕਰ ਪਾਉਂਦੇ। ਹੁਣ ਇਸੇ ਲਾਈਨ ਦੇ ਵਿੱਚ ਤੁਸੀਂ ਆਪਣੇ ਆਪ ਨਾਲ ਦੇਖਿਓ, ਅਸੀਂ ਆਪਣੇ ਆਪ ਨੂੰ, ਸਾਡੇ ਅਨਕੌਂਸ਼ੀਅਸ ਮਾਈਂਡ ਨੂੰ ਪਤਾ ਆ ਕਿ ਅਸੀਂ ਪੂਰੇ ਨਹੀਂ ਹੈ, ਅਸੀਂ ਪੂਰਨ ਨਹੀਂ ਹੈ, ਪਰ ਸਾਡੇ ਕੌਨਸ਼ੀਅਸ ਮਾਈਂਡ ਨੂੰ, ਕਿਉਂਕਿ ਹੁਣ ਕੌਨਸ਼ੀਅਸ ਮਾਈਂਡ ਕਹਿੰਦਾ ਕਿ ਮੈਂ ਗੁਰੂ ਨੂੰ ਬਹੁਤ ਪਿਆਰ ਕਰਦਾ, ਅਨਕੌਂਸ਼ੀਅਸ ਮਾਈਂਡ ਨੂੰ ਪਤਾ ਆ ਕਿ ਮੇਰੇ 'ਚ ਕਮੀਆਂ ਆ, ਪਰ ਕੌਨਸ਼ੀਅਸ ਮਾਈਂਡ ਕਹਿੰਦਾ ਨਹੀਂ, ਮੈਂ ਗੁਰੂ ਨੂੰ ਬਹੁਤ ਪਿਆਰ ਕਰਦਾ, ਮੈਂ ਪੂਰਾ ਸਿੱਖ ਹਾਂ, ਅਤੇ ਇਸ ਕਰਕੇ ਮੈਂ ਮੰਨਦੀ ਨਹੀਂ ਕਿ ਮੇਰੇ 'ਚ ਕਮੀਆਂ ਆ, ਔਰ ਮੈਂ ਆਪਣੇ ਲਈ ਐਕਸਕਿਊਜ਼ਸ ਬਣਾਉਣੇ ਸ਼ੁਰੂ ਕਰ ਦਿੰਦੀ ਹਾਂ, ਬਹਾਨੇ ਲੱਭਣੇ ਸ਼ੁਰੂ ਕਰ ਦਿੰਦੀ ਹਾਂ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ, ਕਿ ਜੋ ਮੈਂ ਕਰ ਰਹੀ ਹਾਂ ਉਹ ਠੀਕ ਕਰ ਰਹੀ ਹਾਂ। ਇਹ ਜਿਹੜੇ ਬਹਾਨਿਆਂ ਦੇ ਵਿੱਚੋਂ, ਉਹਨਾਂ ਐਕਸਕਿਊਜ਼ਸ ਦੇ ਵਿੱਚੋਂ ਜੋ ਇਹ ਗੱਲ ਹੈ ਨਾ ਕਿ ਨਹੀਂ, ਇਹ ਜਿਹੜੀ ਬੀਬੀ ਗੱਲ ਕਰ ਰਹੀ ਹੈ, ਜੋ ਮੈਂ ਪਹਿਲਾਂ ਗੱਲ ਕੀਤੀ ਸੀ, ਉਹ ਮੇਰੀ ਗੱਲ ਨਹੀਂ ਕਰ ਰਹੀ, ਉਹ ਕਿਸੇ ਹੋਰ ਸਿੱਖ ਦੀ ਗੱਲ ਕਰ ਰਹੀ ਹੈ, ਇੱਕ ਸਭ ਤੋਂ ਵੱਡਾ ਐਕਸਕਿਊਜ਼ ਹੈ, ਸਭ ਤੋਂ ਵੱਡਾ ਬਹਾਨਾ ਹੈ। ਹੁਣ ਇਹਨੂੰ ਜਰਾ ਤੁਸੀਂ ਦੇਖੋ ਕਿ ਜਦੋਂ ਮੈਂ ਕਹਿੰਦੀ ਹਾਂ ਕਿ ਸਾਡੇ ਕੋਲ ਮਾਫੀ ਹੈ ਨਹੀਂ, ਤਾਂ ਸਾਡੇ ਕੋਲ ਆਪਣੇ ਵਾਸਤੇ ਵੀ ਕੋਈ ਮਾਫੀ ਹੈ ਨਹੀਂ, ਹੈ ਨਾ। ਪਰ ਜਦੋਂ ਤਾਂ ਕੋਈ ਕਰੇ, ਹੁਣ ਕਿਸ ਤਰ੍ਹਾਂ ਹੁੰਦਾ ਇਹ, ਜਦੋਂ ਕੋਈ ਹੋਰ ਕਰਦਾ ਤਾਂ ਮੈਂ ਉਹਦੇ ਉੱਤੇ ਇਲਜ਼ਾਮ ਲਗਾ ਦਿੰਦੀ ਹਾਂ ਕਿ ਨਹੀਂ, ਇਹ ਗਲਤ ਕਰ ਰਿਹਾ। ਇਹਦੇ ਵਿੱਚ ਤੁਸੀਂ ਅਕਾਲੀ ਫੂਲਾ ਸਿੰਘ ਦੀ ਐਗਜ਼ਾਮਪਲ ਲੈ ਲਓ। ਅਕਾਲੀ ਫੂਲਾ ਸਿੰਘ ਜਿਹੜੇ ਸਾਡੇ ਧਾਰਮਿਕ ਨੇਤਾ ਜਿਹੜੇ ਸੀ, ਜੋ ਇੱਕ ਪ੍ਰੋਪਰ ਵਰਡ ਹੈ, ਧਾਰਮਿਕ ਨੇਤਾ ਸਾਡੇ ਉਹ ਹੈ, ਔਰ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਲਾ ਦਿੰਦੇ ਆ। ਹੁਣ ਇੱਕ ਪਾਸੇ ਸਾਡੇ ਕੋਲ ਉਹ ਰੈਫਰੈਂਸ ਪੁਆਇੰਟ ਹੈ, ਦੂਸਰੇ ਪਾਸੇ ਸਾਡੇ ਕੋਲ ਉਹ ਰੈਫਰੈਂਸ ਪੁਆਇੰਟ ਆ ਜਾਂਦੇ ਆ ਜਿਹੜੇ ਇੱਕ ਬਲਾਤਕਾਰੀ ਨੂੰ ਵੀ ਮਾਫੀ ਦੇ ਦਿੰਦੇ ਆ, ਅਤੇ ਅਸੀਂ ਉਹਨਾਂ ਨੂੰ ਕਿਵੇਂ ਤੁਲਨਾ ਕਰਾਂਗੇ? ਤੁਲਨਾ ਹੋ ਨਹੀਂ ਸਕਦੀ। ਇਸ ਕਰਕੇ ਉਹਨਾਂ ਦੀਆਂ ਮਜਬੂਰੀਆਂ ਜਾਂ ਨਹੀਂ, ਉਹ ਗਲਤ ਹੈ, ਉਹ ਸਹੀ ਹੈ, ਉਹ ਇੱਕ ਡਿਫਰੈਂਟ ਟੋਪਿਕ, ਔਰ ਬੇਸ਼ੱਕ ਉਹ ਗਲਤ ਆ, ਪਰ ਉਹ ਜੋ ਵੀ ਉਹ ਕਰ ਰਹੇ ਹੋ, ਆਪਾਂ ਇਹ ਸੋਚਦੇ ਹੀ ਨਹੀਂ ਕਿ ਉਹ ਪੋਲੀਟੀਕਲੀ, ਉਹ ਪੋਲੀਟੀਕਲ ਬੰਦੇ ਨੇ ਜਿਹੜੇ ਕਾਬਜ਼ ਹੋ ਗਏ, ਉਹਨਾਂ ਦੀ ਮਜਬੂਰੀ ਧਰਮ ਨਹੀਂ ਆ, ਉਹ ਧਰਮ ਦੇ ਵਿੱਚ ਨਹੀਂ ਆ, ਉਹਨਾਂ ਦੀ ਮਜਬੂਰੀ ਪੋਲੀਟੀਕਲ ਚੇਅਰ ਨੂੰ ਕਾਇਮ ਰੱਖਣਾ ਆ, ਇਸ ਕਰਕੇ ਉਹ ਸਾਰਾ ਕੁਛ ਕਰ ਗਏ। ਪਰ ਅਸੀਂ ਸਾਡੇ ਕੋਲ ਇੱਕ ਰੈਫਰੈਂਸ ਪੁਆਇੰਟ ਆ। ਉਸ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਸਾਹਿਬ ਜੋ ਮਰਜ਼ੀ ਕਰੀ ਜਾਣ, ਅਸੀਂ ਹਮੇਸ਼ਾ ਇੱਕ ਕਮੀ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਜੇ ਇੰਨੇ ਵਧੀਆ ਹੈ ਤਾਂ ਫਿਰ ਤੁਸੀਂ ਆਹ ਕਿਉਂ ਨਹੀਂ ਬੋਲਦੇ, ਜੇ ਇੰਨੇ ਵਧੀਆ ਤੁਸੀਂ ਆਹ ਕਿਉਂ ਨਹੀਂ ਬੋਲਦੇ। ਮੇਰੀ ਕਿਸੇ ਨਾਲ ਨਾ ਤਾਂ ਸਾਂਝ ਹੈ ਅਤੇ ਨਾ ਦੂਰੀ ਹੈ, ਮੇਰੀ ਸਿਰਫ ਸਾਂਝ ਸਿੱਖੀ ਨਾਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਹੈ। ਇਸ ਕਰਕੇ ਮੈਂ ਸਿਰਫ ਇਸ ਨੂੰ ਇੱਕ ਕ੍ਰਿਟੀਕਲ ਐਨਾਲਿਸਿਸ ਕਰ ਰਹੀ ਹਾਂ ਕਿ ਜਦੋਂ ਵੀ ਕੋਈ ਹੋਰ ਬੋਲ ਰਿਹਾ ਹੁੰਦਾ, ਸਾਡੇ ਕੋਲ ਉਹਦੇ ਵਾਸਤੇ ਜਾਂ ਉਹਦੇ ਅਗੇਂਸਟ ਇਲਜ਼ਾਮ ਲਾਉਣ ਨੂੰ ਹਮੇਸ਼ਾ ਅਸੀਂ ਤਿਆਰ ਹੁੰਦੇ ਹਾਂ। ਪਰ ਉਹੀ ਗੱਲ ਜਦੋਂ ਮੇਰੇ 'ਤੇ ਉੱਤੇ ਟੁੱਕਦੀ ਹੈ, ਜਦੋਂ ਮੈਂ ਕਰਦੀ ਹਾਂ, ਤਾਂ ਫਿਰ ਮੈਂ ਐਕਸਕਿਊਜ਼ ਲੱਭਦੀ ਹਾਂ। ਇਹਦਾ ਇੱਕ ਮੈਂ ਬੜੀ ਸਿੰਪਲ ਐਗਜ਼ਾਮਪਲ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ। 2 ਡੇਰੇ ਖੁੱਲ੍ਹ ਗਏ, ਇੱਕ ਕਿਸੇ ਹੋਰ ਦਾ, ਇੱਕ ਮੇਰਾ। ਹੁਣ ਜਿਹਦਾ ਡੇਰਾ ਜਦੋਂ ਕਿਸੇ ਹੋਰ ਦਾ ਖੁੱਲ੍ਹਿਆ ਹੋਇਆ, ਤਾਂ ਮੈਂ ਉਹਨੂੰ ਕਹਿੰਦੀ ਹਾਂ ਕਿ ਇਹ ਜੀ ਅੰਧ ਵਿਸ਼ਵਾਸ ਫੈਲਾ ਰਿਹਾ, ਇਹ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਅਤੇ ਸਿੱਖਾਂ ਨੂੰ ਆਪਣੇ ਨਾਲ ਲਾ ਰਿਹਾ, ਦੇਹ ਨਾਲ ਲਾ ਰਿਹਾ, ਸ਼ਬਦ ਨਾਲੋਂ ਤੋੜ ਕੇ ਦੇਹ ਨਾਲ ਲਾ ਰਿਹਾ, ਡੇਰਾਵਾਦ ਵਧਾ ਰਿਹਾ। ਇਹ ਮੇਰੇ ਅਗਲੇ ਵਾਸਤੇ ਪੁਆਇੰਟਸ ਨੇ। ਪਰ ਜਦੋਂ ਮੇਰਾ ਡੇਰਾ ਖੁੱਲ੍ਹਦਾ, ਅਤੇ ਹੁਣ ਕਰ ਤਾਂ ਮੈਂ ਵੀ ਉਹੀ ਰਹੀ ਹਾਂ, ਮੈਂ ਚਾਹੁੰਦੀ ਤਾਂ ਮੈਂ ਵੀ ਇਹੀ ਹਾਂ ਕਿ ਮੇਰੀ ਬੱਲੇ ਬੱਲੇ ਹੋਏ, ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਸ਼ਬਦ ਨਾਲੋਂ ਤੋੜ ਕੇ, ਦੇਹ ਨਾਲ ਤਾਂ ਮੈਂ ਵੀ ਲਾ ਰਹੀ ਹਾਂ। ਪਰ ਹੁੰਦਾ ਕੀ ਆ ਕਿ ਮੈਂ ਫਿਰ ਉਹਦੇ ਵਾਸਤੇ ਆਪਣੇ ਆਪ ਨੂੰ, ਕਿਉਂਕਿ ਮੈਨੂੰ ਪਤਾ, ਮੇਰੇ ਅਨਕੌਂਸ਼ੀਅਸ ਮਾਈਂਡ ਨੂੰ ਪਤਾ ਕਿ ਮੈਂ ਗਲਤ ਕਰ ਰਹੀ ਹਾਂ, ਪਰ ਕੌਂਸ਼ੀਅਸ ਮਾਈਂਡ ਫਿਰ ਐਕਸਕਿਊਜ਼ਸ ਕੱਢਣੇ ਸ਼ੁਰੂ ਕਰ ਦਿੰਦਾ। ਉਹ ਕੀ ਐਕਸਕਿਊਜ਼ਸ ਨੇ ਕਿ ਨਹੀਂ ਜੀ ਦੇਖੋ, ਮੈਂ ਅੰਧ ਵਿਸ਼ਵਾਸ ਨਹੀਂ, ਮੇਰੇ ਤਾਂ ਇੱਥੇ ਆ ਕੇ ਤਾਂ ਸਗੋਂ ਮੈਂ ਤਾਂ ਅੰਮ੍ਰਿਤ ਛਕਾਉਣਾ, ਜਾਂ ਮੈਂ ਤਾਂ ਜਦੋਂ ਇੱਥੇ ਆਉਂਦੇ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਉਣਾ, ਲੋਕਾਂ ਨੂੰ ਜ਼ਿਆਦਾ ਲੜ ਲਾਉਣੀ ਆ, ਅਤੇ ਮੈਂ ਅੰਧ ਵਿਸ਼ਵਾਸ ਤੋਂ ਲੋਕਾਂ ਨੂੰ ਕੱਢਦੀ ਹਾਂ, ਮੈਂ ਤਾਂ ਉਹਨਾਂ ਨੂੰ ਇੱਕ ਲੌਜੀਕਲ ਥਿੰਕਿੰਗ ਦਿੰਦੀ ਹਾਂ। ਇਹ ਹੁਣ ਮੇਰੇ ਆਪਣੇ ਐਕਸਕਿਊਜ਼ਸ ਨੇ ਜੋ ਮੈਂ ਬਣਾਉਂਦੀ ਹਾਂ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ, ਔਰ ਇਹ ਜਸਟੀਫਾਈਡ ਐਕਸਕਿਊਜ਼ਸ ਜੋ ਮੈਂ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ ਆਪ ਘੜੇ ਨੇ, ਉਹ ਮੈਂ ਲੋਕਾਂ 'ਚ ਵੰਡਦੀ ਹਾਂ। ਇਹ ਮੇਰਾ ਪ੍ਰਚਾਰ ਹੋ ਜਾਂਦਾ। ਹੁਣ ਕੰਮ ਤਾਂ ਦੋਨੋਂ, ਉਹ ਜਿਹੜਾ ਦੂਸਰਾ ਡੇਰੇ ਵਾਲਾ ਉਹ ਵੀ ਉਹੀ ਕਰ ਰਿਹਾ ਕੰਮ, ਮੈਂ ਵੀ ਉਹੀ ਕਰ ਰਹੀ ਹਾਂ, ਪਰ ਉਸ ਦੇ ਡੇਰੇ ਵਿੱਚ ਮੈਨੂੰ ਕਮੀਆਂ ਨਜ਼ਰ ਆ ਰਹੀਆਂ, ਮੇਰੇ ਖੁਦ ਵਿੱਚ ਮੈਨੂੰ ਕਮੀ ਨਜ਼ਰ ਨਹੀਂ ਆਉਂਦੀ। ਅਨਕੌਂਸ਼ੀਅਸਲੀ ਮੈਨੂੰ ਪਤਾ, ਪਰ ਕੌਂਸ਼ੀਅਸਲੀ ਮੈਂ ਉਹਨਾਂ ਨੂੰ ਐਕਸਕਿਊਜ਼ਸ ਕੱਢਦੀ ਰਹਿੰਦੀ ਹਾਂ। ਫਿਰ ਉਹ ਐਕਸਕਿਊਜ਼ਸ ਬਹੁਤ ਮੈਟਾ ਲੈਵਲ ਦੇ ਉੱਤੇ ਚਲੇ ਜਾਂਦੇ ਆ, ਫਿਰ ਉਹਨਾਂ ਨੂੰ ਬਹੁਤ ਮੈਂ ਬਹੁਤ ਇੱਕ ਲੈਵਲ ਦੇ ਉੱਤੇ ਆ ਕੇ ਉਹਨਾਂ ਨੂੰ ਸੱਚ ਬਣਾਉਣਾ ਸ਼ੁਰੂ ਕਰ ਦਿੰਦੀ ਹਾਂ ਆਪਣੇ ਵਾਸਤੇ, ਔਰ ਜੋ ਮੇਰੇ ਫੋਲੋਅਰਸ ਨੇ ਉਹ ਵੀ ਸੱਚ ਮੰਨਣਾ ਸ਼ੁਰੂ ਕਰ ਦਿੰਦੇ ਨੇ। ਇੱਕ ਐਗਜ਼ਾਮਪਲ ਹੋਰ ਦੇਖ ਲਓ।
ਜਦੋਂ ਮੈਂ ਕਿਸੇ ਨੂੰ ਦੇਖਦੀ ਹਾਂ ਕਿ ਜਿਹੜੇ ਕਾਰ ਸੇਵਾ ਵਾਲੇ ਬਾਬਾ ਜੀ ਹੋਣੀ ਆ ਜਾਂ ਕੋਈ ਵੀ ਹੋਰ ਜਥੇਬੰਦੀਆਂ, ਜਦੋਂ ਉਹ ਜਾ ਕੇ ਗਰਾਈ ਇਕੱਠੀ ਕਰਨ ਜਾਂਦੇ ਆ ਤਾਂ ਮੈਂ ਕਹਿੰਦੀ ਹਾਂ ਕਿ ਇਹ ਤਾਂ ਜੀ ਮੰਗ ਖਾਣੇ ਨੇ, ਇਹ ਤਾਂ ਲੋਕਾਂ ਨੂੰ ਲੁੱਟਦੇ ਨੇ, ਇਹ ਕਰਦੇ ਨੇ। ਪਰ ਜਦੋਂ ਮੈਂ ਆਪਣੇ ਡੇਰੇ ਦੇ ਉੱਤੋਂ ਵੀ ਇਹ ਕਹਿੰਦੀ ਹਾਂ ਕਿ ਮਾਇਆ ਤਾਂ ਚਾਹੀਦੀ ਆ ਜੀ, ਮਾਇਆ ਤੋਂ ਬਿਨਾਂ ਤਾਂ ਗੱਲ ਬਣਨੀ ਨਹੀਂ, ਮਾਇਆ ਦੇ ਨਾਲ ਹੀ ਇੰਨਾ ਸਾਰਾ ਜਿਹੜਾ ਜੋ ਵੀ ਮੇਰਾ ਸਿਸਟਮ ਆ ਉਹ ਚੱਲੂਗਾ, ਇਸ ਕਰਕੇ ਮਾਇਆ ਤਾਂ ਬਣਨੀ ਆ। ਔਰ ਜਿਹੜੇ ਵੀ ਲੋਕ ਮੈਨੂੰ ਮਾਇਆ ਭੇਜ ਰਹੇ ਉਹ ਮੇਰੇ ਪਰਿਵਾਰ ਦੇ ਮੈਂਬਰ ਨੇ। ਅਤੇ ਫਿਰ ਮੈਂ ਇਹ ਕਿਉਂ ਨਹੀਂ ਸਮਝਦੀ ਕਿ ਜਿਨ੍ਹਾਂ ਨੂੰ ਮੈਂ ਮੰਗ ਖਾਣੇ ਕਿਹਾ ਸੀ ਉਹ ਵੀ ਤਾਂ ਆਪਣੇ ਪਰਿਵਾਰ ਦੇ ਮੈਂਬਰਾਂ ਕੋਲ ਹੀ ਜਾ ਰਹੇ ਨੇ, ਉਹਨਾਂ ਦਾ ਵੀ ਤਾਂ ਇੱਕ ਸਟਰਕਚਰ ਹੈ, ਉਹਨਾਂ ਨੇ ਵੀ ਤਾਂ ਉਹਨੂੰ ਸਟਰਕਚਰ ਨੂੰ ਚੱਲਦੇ ਰੱਖਣ ਲਈ ਉਹਨਾਂ ਨੂੰ ਤਾਂ ਮਾਇਆ ਦੀ ਲੋੜ ਹੈ ਨਾ। ਸੋ ਬੇਸਿਕਲੀ ਇਹਦੇ ਵਿੱਚ ਸਿਰਫ ਇੰਨੀ ਕੁ ਗੱਲ ਸਮਝਣ ਦੀ ਲੋੜ ਹੈ ਕਿ ਜਿਹੜਾ ਕਿਸੇ ਵਿੱਚ ਹੁੰਦਾ ਸਾਨੂੰ ਉਹਦੇ 'ਚ ਕਮੀ ਕੱਢਣੀ ਬਹੁਤ ਸੌਖੀ ਹੋ ਜਾਂਦੀ ਆ। ਔਰ ਕਮੀ ਅਸੀਂ ਇਸ ਲਈ ਕੱਢ ਲੈਂਦੇ ਹਾਂ ਕਿਉਂਕਿ ਸਾਡੇ ਕੋਲ ਰੈਫਰੈਂਸ ਪੁਆਇੰਟ ਬਹੁਤ ਵੱਡੇ ਵੱਡੇ ਨੇ। ਔਰ ਮੈਨੂੰ ਖੁਦ ਦੇ ਵਿੱਚ ਕਮੀ, ਮੇਰੇ ਅਨਕੌਂਸ਼ੀਅਸ ਮਾਈਂਡ ਨੂੰ, ਮੇਰੇ ਜ਼ਿਹਨ ਨੂੰ ਪਤਾ ਆ ਕਿ ਮੇਰੇ 'ਚ ਕਮੀਆਂ ਹੈ, ਪਰ ਉਹਨਾਂ ਕਮੀਆਂ ਨੂੰ ਕਵਰ ਕਰਨ ਲਈ ਮੈਂ ਕੌਨਸ਼ੀਅਸਲੀ ਬਹਾਨੇ ਕੱਢਦੀ ਹਾਂ। ਔਰ ਉਹ ਜੋ ਕੌਨਸ਼ੀਅਸ ਬਹਾਨੇ ਆ ਉਹ ਮੈਂ ਜਦੋਂ ਲੋਕਾਂ ਦੇ ਵਿੱਚ ਪ੍ਰਚਾਰ ਕਰਦੀ ਹਾਂ, ਕੌਨਸ਼ੀਅਸ ਬਹਾਨੇ ਹਮੇਸ਼ਾ ਲੌਜਿਕ ਨਾਲ ਚੱਲਦੇ ਨੇ, ਕਿਉਂਕਿ ਮੈਂ ਉੱਥੇ ਇਹ ਕਹਿਣਾ ਸ਼ੁਰੂ ਕਰ ਦਿੰਦੀ ਹਾਂ, ਮੈਂ ਕਰਦੀ ਹਾਂ ਕਿਉਂਕਿ, ਬਿਕੋਜ਼। ਇਹ ਜਿਹੜਾ ਬਿਕੋਜ਼ ਹੈ ਨਾ, ਕਿਉਂਕਿ, ਇਸ ਕਰਕੇ, ਇਹ ਬੜਾ ਇੰਪੋਰਟੈਂਟ ਵਰਡ ਹੈ। ਜੇ ਤੁਸੀਂ ਕਿਉਂਕਿ ਆਪਣੇ ਆਪ ਨੂੰ ਡਿਫੈਂਡ ਕਰਨ ਲਈ ਇਹੀ ਵਰਡ ਸਾਹਮਣੇ ਆਉਂਦਾ। ਹੁਣ ਬਹੁਤ ਸਾਰੀਆਂ ਕਹਾਣੀਆਂ, ਬਾਕਾਇਦਾ ਲਿਟਰੇਚਰ ਆਫ ਪਰਸੂਏਸ਼ਨ ਆ, ਪੂਰਾ ਦਾ ਪੂਰਾ ਲਿਟਰੇਚਰ ਆਫ ਪਰਸੂਏਸ਼ਨ ਆ, ਉਹਦੀ ਕ੍ਰਿਟੀਕਲ ਥਿੰਕਿੰਗ ਹੋਈ ਆ। ਤੁਸੀਂ ਉਹਦੇ ਵਿੱਚ ਕੁਛ ਵੀ ਮਰਜ਼ੀ, ਚਾਹੇ ਵਰਡ ਹੀ ਲਾ ਕੇ ਤੁਸੀਂ ਅਗਰ ਗੂਗਲ ਦੇ ਉੱਤੇ ਪਾ ਕੇ ਦੇਖ ਲਿਓ ਨਾ ਲਿਟਰੇਚਰ ਆਫ ਪਰਸੂਏਸ਼ਨ, ਤੁਹਾਨੂੰ ਬਹੁਤ ਸਾਰਾ ਮਟੀਰੀਅਲ ਮਿਲ ਜੂਗਾ ਜਿਹਦੇ ਵਿੱਚ ਇਹ ਪਤਾ ਲੱਗੂਗਾ ਕਿ ਕਿਸ ਤਰੀਕੇ ਨਾਲ ਅਸੀਂ ਕਿਉਂ ਦਾ ਸਹਾਰਾ ਲੈ ਕੇ, ਬਿਕੋਜ਼ ਦਾ ਸਹਾਰਾ ਲੈ ਕੇ ਅਸੀਂ ਆਪਣੇ ਆਪ ਨੂੰ ਜਸਟੀਫਾਈ ਕਰਦੇ ਹਾਂ। ਜੇਨ ਆਸਟਨ ਦਾ ਨਾਵਲ ਹੈ ਪਰਸੂਏਸ਼ਨ, ਤੁਸੀਂ ਉਹਦੀਆਂ ਕ੍ਰਿਟੀਕਲ ਜਿਹੜੀ ਐਨਾਲਿਸਿਸ ਆ ਉਹ ਕੋਈ ਵੀ ਪੜ੍ਹ ਲਓ, ਕਿਸੇ ਦਾ ਵੀ ਪੜ੍ਹ ਲਓ, ਯੂ ਵਿਲ ਅੰਡਰਸਟੈਂਡ ਦਿਸ ਕਿ ਕਿਸ ਤਰੀਕੇ ਨਾਲ ਅਸੀਂ ਜਦੋਂ ਖੁਦ ਨੂੰ ਜਸਟੀਫਾਈ ਕਰ ਰਹੇ ਹੁੰਦੇ ਹਾਂ, ਬੇਸਿਕਲੀ ਅਸੀਂ ਆਪਣੀਆਂ ਚੀਜ਼ਾਂ ਨੂੰ ਜਸਟੀਫਾਈ ਕਰਦੇ ਕਰਦੇ ਇੱਕ ਐਸੇ ਲੈਵਲ ਦੇ ਉੱਤੇ ਪਹੁੰਚ ਜਾਂਦੇ ਹਾਂ ਕਿ ਜਦੋਂ ਅਸੀਂ ਇੱਕ ਨੈਰੇਟਿਵ ਕੰਸਟਰਕਟ ਕਰ ਲੈਂਦੇ ਹਾਂ ਆਪਣੇ ਆਸ-ਪਾਸ, ਦੈਟ ਇਜ਼ ਕਾਲਡ ਜਸਟੀਫਿਕੇਸ਼ਨ। ਠੀਕ ਆ। ਔਰ ਉਹ ਜਸਟੀਫਿਕੇਸ਼ਨ ਜਿਹੜਾ ਮੇਰੇ ਅੰਦਰ ਦਾ ਐਕਸਕਿਊਜ਼ ਆ। ਇੱਕ ਪੱਤਰ ਹੈ, ਇੱਕ ਖੋਜ ਪੱਤਰ ਹੈ, ਰਿਸਰਚ ਪੇਪਰ ਹੈ, ਪਰਸੂਏਸ਼ਨ ਇੰਪੀਰੀਕਲ ਐਵੀਡੈਂਸ। ਹੁਣ ਇਹ ਇੰਪੀਰੀਕਲ ਐਵੀਡੈਂਸ, ਕਿਉਂਕਿ ਉਹਨਾਂ ਨੇ ਜਿਹਦੇ ਉੱਤੇ ਕੰਮ ਕੀਤਾ ਉਹ ਸਾਰੇ ਵੋਟਰਸ ਔਰ ਇਹ ਸਾਰੇ ਸੀਗੇ, ਬਟ ਫਿਰ ਵੀ ਬੜਾ, ਅਗਰ ਕਿਸੇ ਨੂੰ ਸਾਇੰਟੀਫਿਕ ਦੇਖਣਾ ਹੋਵੇ ਨਾ ਕਿ ਨਹੀਂ ਜੀ ਇਹ ਤਾਂ ਧਾਰਮਿਕ ਗੱਲਾਂ ਨਹੀਂ, ਮੈਨੂੰ ਕੁਛ ਸਟਰੋਂਗ, ਕੁਛ ਸਬਸਟੈਂਸ਼ੀਅਲ ਚਾਹੀਦਾ ਆ ਜਿਹੜਾ ਮੈਂ ਦੇਖ ਸਕਾਂ, ਤਾਂ ਤੁਸੀਂ ਇਹ ਪੇਪਰ ਪੜ੍ਹ ਸਕਦੇ ਹਾਂ। ਇਹ ਸਟੈਫਨੋ ਡੈਲਾ ਵਿਨਾ ਐਂਡ ਮੈਥਿਊ ਗੈਂਸੋ ਦਾ ਲਿਖਿਆ ਹੋਇਆ ਆ, ਐਨੂਅਲ ਰਿਵਿਊ ਆਫ ਇਕਨੋਮਿਕ ਵੋਲੀਅਮ 2 ਦੇ ਵਿੱਚ ਛਪਿਆ ਸੀ। ਉਹਦੇ ਵਿੱਚ ਉਹਨਾਂ ਨੇ ਬਾਕਾਇਦਾ ਇਹ ਦੇਖਿਆ ਕਿ ਕਿਸ ਤਰੀਕੇ ਨਾਲ ਜਿਹੜੀ ਪਰਸੂਏਸਿਵ ਕਮਿਊਨੀਕੇਸ਼ਨ ਹੈ, ਜਿਹੜਾ ਕਿਉਂ ਲਗਾ ਕੇ, ਬਿਕੋਜ਼, ਉਹ ਜਿਹੜੇ ਲੀਡਰ ਆ ਉਹ ਆਪਣੇ ਵੋਟਰਸ ਨੂੰ, ਜਿਹੜੇ ਬਿਜ਼ਨਸਮੈਨ ਆ ਆਪਣੇ ਕੰਜ਼ਿਊਮਰਸ ਨੂੰ, ਜਿਹੜੇ ਸਮਾਜ ਸੇਵੀ ਆ ਆਪਣੇ ਡੋਨਰਸ ਨੂੰ, ਇਨਵੈਸਟਰਸ ਨੂੰ ਅਟਰੈਕਟ ਕਰਦੇ ਆ। ਹੁਣ ਤੁਸੀਂ ਇਹ ਦੱਸਣਾ ਹੈ ਕਿ ਮੇਰੀ ਸਮਾਜ ਸੇਵੀ ਸੰਸਥਾ ਜਾਂ ਮੇਰੀ ਪੋਲੀਟੀਕਲ ਪਾਰਟੀ ਦੂਸਰੀ ਪੋਲੀਟੀਕਲ ਪਾਰਟੀ ਨਾਲੋਂ ਵਧੀਆ ਹੈ। ਮੈਨੀਫੈਸਟੋ ਤਾਂ ਤਕਰੀਬਨ ਦੋਵਾਂ ਦਾ ਸੇਮ ਹੀ ਆ, ਉਹ ਵੀ ਕਹਿੰਦਾ ਮੈਂ ਗਰੀਬੀ ਹਟਾਉਣੀ, ਇਹ ਵੀ ਕਹਿੰਦਾ ਮੈਂ ਗਰੀਬੀ ਹਟਾਉਣੀ, ਪਰ ਵਿਚਕਾਰ ਬਿਕੋਜ਼ ਲਗਾ ਕੇ ਮੈਂ ਆਪਣੇ ਆਪ ਨੂੰ ਜਸਟੀਫਾਈ ਕਰ ਰਹੀ ਹਾਂ। ਹੁਣ ਇੱਥੋਂ ਆਈ ਥਿੰਕ ਕਿ ਮੈਂ ਥੋੜ੍ਹੀ ਬਹੁਤ ਕਲੀਅਰ ਹੋ ਸਕੀ ਹੋਊਂਗੀ ਕਿ ਜਦੋਂ ਵੀ ਅਸੀਂ ਆਪਣੀ ਕੋਈ ਗੱਲ ਕਰਦੇ ਹਾਂ ਕਿਸੇ ਬਗਾਨੇ ਵਾਸਤੇ ਜਾਂ ਕੋਈ ਹੋਰ ਕਰ ਰਿਹਾ ਹੁੰਦਾ, ਅਸੀਂ ਉਹਦੇ ਵਿੱਚ ਕਮੀਆਂ ਕੱਢ ਲੈਂਦੇ ਹਾਂ, ਪਰ ਆਪਣੇ ਆਪ ਨੂੰ ਅਸੀਂ ਡਿਫੈਂਡ ਕਰ ਲੈਂਦੇ ਹਾਂ। ਹੁਣ ਇੱਥੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਆਪਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਇੱਕ ਪੰਕਤੀ ਆ ਉਹ ਬੜੀ ਇੰਪੋਰਟੈਂਟ ਆ। ਪ੍ਰਥਮ ਮਨ ਪ੍ਰਬੋਧੇ ਆਪਣਾ, ਪਾਛੇ ਅਵਰ ਰਜਾਵੇ। ਪਹਿਲਾਂ ਤਾਂ ਆਪਣਾ ਮਨ ਪ੍ਰਬੋਧੋ, ਫਿਰ ਦੂਜੇ ਨੂੰ ਗੱਲ ਕਰੋ। ਹੁਣ ਇਹਦਾ ਕਾਰਨ, ਇਹਦਾ ਮਤਲਬ ਕੀ ਆ? ਜਦੋਂ ਤੁਸੀਂ ਆਪਣੇ ਆਪ ਨੂੰ ਮੰਨਣਾ ਸ਼ੁਰੂ ਕਰ ਦੋਗੇ ਕਿ ਮੇਰੇ ਵਿੱਚ ਕਮੀਆਂ, ਫਿਰ ਤੁਸੀਂ ਆਪਣੇ ਐਕਸਕਿਊਜ਼ਸ ਦੇਣੇ ਬੰਦ ਕਰ ਦੋਗੇ। ਐਕਸਕਿਊਜ਼ਸ ਦੇਣੇ ਬੰਦ ਕਰੋਗੇ ਤਾਂ ਆਪਣੇ ਆਪ ਨੂੰ ਤੁਸੀਂ ਠੀਕ ਕਰਨ ਵੱਲ ਜਾਓਗੇ, ਆਪਣੇ ਆਪ ਨੂੰ ਸੁਧਾਰਨ ਵੱਲ ਜਾਓਗੇ। ਸੁਧਰ ਜਾਓਗੇ ਤਾਂ ਫਿਰ ਤੁਹਾਡੀ ਗੱਲ ਦਾ ਇੰਪੈਕਟ ਕਿਸੇ ਹੋਰ ਦੇ ਉੱਤੇ ਜ਼ਿਆਦਾ ਪਊਗਾ, ਫਿਰ ਤੁਸੀਂ ਕਿਸੇ ਹੋਰ ਨੂੰ ਜ਼ਿਆਦਾ ਦੱਸ ਸਕਦੇ ਆ। ਪਰਸੂਏਸਿਵ ਕਮਿਊਨੀਕੇਸ਼ਨ ਰਹੂਗੀ ਤੁਹਾਡੇ ਕੋਲ, ਤੁਸੀਂ ਇੱਕ ਬਿਕੋਜ਼ ਲਗਾ ਕੇ ਤੁਸੀਂ ਬੜਾ ਕੁਛ ਸਾਹਮਣੇ ਵਾਲੇ ਨੂੰ ਬੇਵਕੂਫ ਵੀ ਬਣਾ ਸਕਦੇ ਆ, ਪਰ ਉਹਦਾ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਤੁਹਾਨੂੰ ਪਹਿਲਾਂ ਆਪਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਪਹਿਲਾਂ ਆਪਣਾ ਮਨ ਪ੍ਰਬੋਧ, ਪਹਿਲਾਂ ਆਪਣੇ ਮਨ ਨੂੰ ਠੀਕ ਕਰ। ਸੋ ਉੱਥੋਂ ਤੇ ਆਪਾਂ ਸ਼ੁਰੂ ਕਰੀਏ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਅੰਦਰ ਝਾਤੀ ਮਾਰਨੀ ਸ਼ੁਰੂ ਕਰੀਏ ਕਿ ਅਸੀਂ ਕਿੱਥੇ ਖੜ੍ਹੇ ਹਾਂ, ਫਿਰ ਅਸੀਂ ਬਾਕੀਆਂ ਨੂੰ ਦੇਣਾ ਸ਼ੁਰੂ ਕਰੀਏ। ਦੇਖੀਏ ਕਿ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ ਕਿਤੇ ਉਹ ਸਿਰਫ ਇਸ ਲਈ ਤਾਂ ਨਹੀਂ ਕਿ ਮੈਂ ਜਸਟੀਫਾਈ ਆਪਣੇ ਆਪ ਨੂੰ ਹੀ ਕਰੀ ਜਾ ਰਿਹਾ। ਹੁਣ ਇਹਦੇ ਵਿੱਚ ਹੀ ਆਪਾਂ ਅੱਗੇ ਗੱਲ ਕਰਾਂਗੇ।
ਇਹ ਤਾਂ ਹੋ ਗਈ ਜਿਹੜੀ ਕਿਸੇ ਉੱਤੇ ਇਲਜ਼ਾਮ ਅਤੇ ਆਪਣੇ ਉੱਤੇ ਇਲਜ਼ਾਮ ਲਗਾਉਣ ਦੀ ਗੱਲ, ਆਪਣੇ ਆਪ ਨੂੰ ਜਸਟੀਫਾਈ ਕਰਨ ਦੀ ਗੱਲ ਲੋਕਾਂ ਦੇ ਸਾਹਮਣੇ। ਹੁਣ ਆਪਣੀ ਗੱਲ ਅੱਗੇ ਜਿਹੜੀ ਆਉਂਦੀ ਆ ਉਹ ਇਹ ਆਉਂਦੀ ਆ ਕਿ ਮੈਂ ਆਪਣੇ ਆਪ ਨਾਲ ਵੀ ਇੱਕ ਸਟਰਗਲ ਦੇ ਵਿੱਚ ਹਾਂ। ਮੈਂ ਆਪਣੇ ਆਪ ਨੂੰ ਵੀ ਸਮਝਾਉਣਾ ਆ ਕਿ ਨਹੀਂ, ਜੋ ਮੈਂ ਕਰ ਰਹੀ ਹਾਂ ਉਹ ਠੀਕ ਆ। ਜਿਹੜੀ ਮੈਂ ਤੁਹਾਡੇ ਨਾਲ ਹੁਣ ਤੱਕ ਗੱਲ ਕੀਤੀ ਉਹ ਬੜੇ ਸਬਸਟੈਂਸ਼ੀਅਲ ਲੈਵਲ ਦੇ ਉੱਤੇ ਗੱਲ ਕੀਤੀ, ਬੜੇ ਜਿਹੜਾ ਮਟੀਰੀਅਲ ਲੈਵਲ ਦੇ ਉੱਤੇ ਗੱਲ ਕੀਤੀ, ਜੋ ਸਾਨੂੰ ਨਜ਼ਰ ਆਉਂਦੀ ਆ। ਜਿਹੜੀ ਬੰਦੇ ਦੀ ਆਪਣੇ ਅੰਦਰ ਦੀ ਲੜਾਈ ਹੁੰਦੀ ਆ ਨਾ, ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੀ। ਉਹਨੂੰ ਜ਼ਰਾ ਧਿਆਨ ਨਾਲ ਸਮਝਿਓ ਜੇ। ਕੌਨਸ਼ੀਅਸ ਮਾਈਂਡ ਨੂੰ, ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਅਨਕੌਨਸ਼ੀਅਸ ਮਾਈਂਡ ਨੂੰ ਪਤਾ ਹੈ ਕਿ ਮੇਰੇ 'ਚ ਕਮੀਆਂ ਹੈ, ਕੌਨਸ਼ੀਅਸ ਮਾਈਂਡ ਨੂੰ ਪਤਾ ਹੈ ਕਿ ਮੈਂ ਆਪਣੇ ਆਪ ਨੂੰ ਡਿਫੈਂਡ ਕਰਨਾ, ਮੈਂ ਆਪਣੇ ਆਪ ਨੂੰ ਜਸਟੀਫਾਈ ਕਰਨਾ ਹੈ। ਹੁਣ ਹੁੰਦਾ ਕੀ ਆ, ਇੱਕ ਐਗਜ਼ਾਮਪਲ ਆ ਕਿ ਜਦੋਂ ਅਸੀਂ ਕੰਮ 'ਤੇ ਜਾਣ ਲੱਗਦੇ ਜਾਂ ਛੋਟੇ ਬੱਚੇ, ਤੁਸੀਂ ਐਜ਼ ਅ ਜਦੋਂ ਤੁਸੀਂ ਸਕੂਲ ਗੋਇੰਗ ਚਿਲਡਰਨ ਸੀ, ਉਦੋਂ ਦਾ ਆਪਣੇ ਆਪ ਨੂੰ ਸਮਝ ਕੇ ਦੇਖ ਲਓ ਕਿ ਸਵੇਰੇ ਉੱਠਣ ਲੱਗਿਆਂ, ਤਾਂ ਹੀ ਤਾਂ ਉਹਨਾਂ ਨੂੰ ਮੰਡੇ ਬਲੂਜ਼ ਕਹਿੰਦੇ ਆ, ਹੈ ਨਾ। ਸਵੇਰੇ ਸੋਮਵਾਰ ਨੂੰ ਜਦੋਂ ਕੰਮ 'ਤੇ ਜਾਣਾ ਆ ਅਤੇ ਦਿਲ ਦੇ ਵਿੱਚ ਇਹ ਗੱਲਾਂ ਆਉਣ ਲੱਗ ਪੈਂਦੀਆਂ ਕਿ ਮੇਰਾ ਨਾ ਸਿਰ ਜਿਹਾ ਦੁਖਦਾ ਆ, ਅੱਜ ਮੇਰਾ ਸਿਰ ਭਾਰਾ ਆ, ਅੱਜ ਮੇਰੇ ਥੋੜ੍ਹਾ ਪੇਟ ਠੀਕ ਨਹੀਂ ਹੈ, ਅੱਜ ਮੈਂ ਛੁੱਟੀ ਕਰ ਲਾਂ। ਫਿਰ ਮਨ ਕਹਿੰਦਾ ਕਿ ਨਹੀਂ, ਜੇ ਛੁੱਟੀ ਕਰ ਲਈ ਅਤੇ ਪੈਸੇ ਕੱਟੇ ਜਾਣੇ ਆ ਤਾਂ ਚਲੋ ਕੰਮ 'ਤੇ ਚੱਲੋ। ਜੇ ਸਟੂਡੈਂਟ ਆ ਤਾਂ ਮੰਮੀ ਪਾਪਾ ਨਹੀਂ ਰਹਿਣ ਦਿੰਦੇ। ਦ ਮੋਮੈਂਟ ਅਸੀਂ ਘਰੋਂ ਬਾਹਰ ਨਿਕਲਦੇ ਹਾਂ, ਉਹ ਜਿਹੜਾ ਸਾਡੇ ਅੰਦਰ ਇੱਕ ਡਿਜ਼ੀਨੈਸ ਔਰ ਇੱਕ ਲੇਜ਼ੀਨੈਸ ਆ ਰਹੀ ਸੀਗੀ ਨਾ, ਘਰੋਂ ਬਾਹਰ ਨਿਕਲਦੇ ਹਾਂ ਉਹ ਗਾਇਬ ਹੋ ਜਾਂਦੀ ਹੈ। ਸਿਰ ਦਰਦ ਗਾਇਬ ਹੋ ਜਾਂਦਾ ਹੈ। ਉਹ ਕਿਉਂ ਹੋ ਜਾਂਦਾ? ਕਿਉਂਕਿ ਉਹ ਸਿਰ ਦਰਦ ਬਾਕਾਇਦਾ ਤੁਹਾਡੇ ਵੱਲੋਂ ਤੁਹਾਡੇ ਆਪਣੇ ਲਈ ਘੜਿਆ ਹੋਇਆ ਇੱਕ ਐਕਸਕਿਊਜ਼ ਸੀਗਾ। ਤੁਸੀਂ ਇੱਕ ਐਕਸਕਿਊਜ਼ ਘੜ ਰਹੇ ਸੀ ਆਪਣੇ ਆਪ ਨੂੰ ਘਰ ਰੱਖਣ ਲਈ, ਪਰ ਜਦੋਂ ਐਕਸਕਿਊਜ਼ ਕੰਮ ਨਹੀਂ ਕੀਤਾ ਅਤੇ ਐਵਰੀਥਿੰਗ ਇਜ਼ ਗੁੱਡ, ਉਹ ਐਕਸਕਿਊਜ਼ ਗਾਇਬ ਹੋ ਗਿਆ। ਇਸੇ ਤਰੀਕੇ ਨਾਲ ਹੀ ਜਿਹੜੇ ਜਦੋਂ ਆਪਾਂ ਸੈਰ ਕਰਨ ਦੀ ਗੱਲ ਕਰਦੇ ਹਾਂ, ਜਾਂ ਇਹ ਬਹੁਤੀਆਂ ਮੇਰੀਆਂ ਭੈਣਾਂ ਮੇਰੇ ਨਾਲ ਇਹਦੇ ਉੱਤੇ ਸ਼ਾਇਦ ਅਗਰੀ ਕਰਨਗੀਆਂ, ਕਿਉਂਕਿ ਮੇਰੇ ਨਾਲ ਇਹ ਹੁੰਦਾ ਐਵਰੀ ਟਾਈਮ ਜਦੋਂ ਅਸੀਂ ਸੋਚਦੇ ਹਾਂ ਕਿ ਕੱਲ੍ਹ ਤੋਂ ਮੈਂ ਨਾ ਆਪਣੀ ਐਕਸਰਸਾਈਜ਼ ਸ਼ੁਰੂ ਕਰ ਦੇਣੀ ਆ, ਫਿਰ ਅਗਲਾ ਦਿਨ ਆਉਂਦਾ ਹੈ ਅਤੇ ਉਹ ਨਹੀਂ, ਮੇਰੇ ਆਹ ਕੰਮ ਪਏ ਆ, ਪਹਿਲਾਂ ਮੈਂ ਇਹ ਕੰਮ ਕਰ ਲਾਂ ਫਿਰ ਐਕਸਰਸਾਈਜ਼ ਸ਼ੁਰੂ ਕਰੂੰਗੀ। ਫਿਰ ਉਹ ਕੰਮਾਂ ਦੇ ਵਿੱਚ ਲੈ, ਅੱਜ ਤਾਂ ਮੇਰੇ ਕੋਲ ਤਾਂ ਨਹੀਂ, ਮੈਂ ਥੱਕ ਬਹੁਤ ਗਈ ਸੀ ਕੰਮ ਕਰਕੇ, ਮੈਂ ਐਕਸਰਸਾਈਜ਼ ਸ਼ੁਰੂ ਹੀ ਨਹੀਂ ਕਰ ਸਕੀ, ਕੱਲ੍ਹ ਕਰਾਂਗੇ। ਔਰ ਜਿਸ ਦਿਨ ਤੁਸੀਂ ਸ਼ੁਰੂ ਕਰ ਲੈਂਦੇ ਉਸ ਦਿਨ ਤੁਸੀਂ ਕੰਮ ਵੀ ਕਰ ਲੈਂਦੇ, ਐਕਸਰਸਾਈਜ਼ ਵੀ ਕਰ ਲੈਂਦੇ, ਸਾਰਾ ਕੁਛ ਵਿੱਚੇ ਆ ਜਾਂਦਾ ਆ। ਸੋ ਬੇਸਿਕਲੀ ਉਹ ਹੈ ਕੀ, ਉਹ ਮੇਰੇ ਕੰਮ ਬਹੁਤ ਪਏ ਆ, ਮੈਂ ਥੱਕ ਬਹੁਤ ਗਈ, ਇਹ ਸਾਡੇ ਆਪਣੇ ਐਕਸਕਿਊਜ਼ਜ਼ ਨੇ। ਹੁਣ ਇਹ ਸਾਰੀਆਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਿਉਂ ਕਰ ਰਹੀ ਹਾਂ, ਕਿਉਂਕਿ ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ, ਇੱਕ ਤੁਹਾਨੂੰ ਮੈਂ ਰੈਫਰੈਂਸ ਦੇ ਦਿੰਦੀ ਹਾਂ। ਮਾਈਕਲ ਹਾਲ ਦਾ ਇੱਕ ਛੋਟਾ ਜਿਹਾ ਪੇਪਰ ਹੈ, ਅਗਰ ਤੁਸੀਂ ਚਾਹੋ ਤਾਂ ਪੜ੍ਹ ਲਓ, ਦ ਸਟਰਕਚਰ ਆਫ ਅਨਕੌਨਸ਼ੀਅਸ ਐਕਸਕਿਊਜ਼ਜ਼। ਉਹਦੇ ਵਿੱਚ ਉਹ ਲਿਖਦਾ, ਦਾ ਫਸਟ ਪੈਰਾਗ੍ਰਾਫ ਹੀ ਇਹ ਆ, when excuses go so far into the ozone of our meta levels that we lose consciousness that we are just making excuses। ਹੁਣ ਉਹ ਕਹਿੰਦਾ ਹੈ ਕਿ ਜਦੋਂ ਐਕਸਕਿਊਜ਼ਸ ਇੰਨੀ ਦੂਰ ਤੱਕ ਪਹੁੰਚ ਜਾਂਦੇ ਨੇ, ਜਦੋਂ ਇੰਨੀ ਦੂਰ ਤੱਕ ਚਲੇ ਜਾਂਦੇ ਨੇ ਕਿ ਉਹ ਸਾਡੇ ਮੈਟਾ ਲੈਵਲ, ਸਾਡੀ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਬੈਠ ਜਾਂਦੇ, ਸਾਨੂੰ ਜਿਹਨੂੰ ਕਹਿੰਦੇ ਕਿ ਸਾਡੇ ਅੰਤਰ ਧਿਆਨ, ਅੰਤਰ ਮਨ ਦੇ ਵਿੱਚ ਬੈਠ ਜਾਂਦੇ ਨੇ ਕਿ ਇਹ ਇੰਝ ਹੀ ਆ। ਉਸ ਟਾਈਮ 'ਤੇ ਸਾਨੂੰ ਭੁੱਲ ਜਾਂਦਾ ਕਿ ਉਹ ਐਕਸਕਿਊਜ਼ ਸੀਗੇ, ਅਸੀਂ ਉਹਨੂੰ ਸੱਚ ਸਮਝਣ ਲੱਗ ਪੈਂਦੇ ਹਾਂ, ਉਸ ਝੂਠ ਨੂੰ ਅਸੀਂ ਸੱਚ ਸਮਝਣ ਲੱਗ ਜਾਂਦੇ ਹਾਂ। ਔਰ ਉਹੀ ਸੱਚ ਫਿਰ ਅਸੀਂ, ਜਿਹੜਾ ਸਾਡਾ ਸੋ ਕਾਲਡ ਸੱਚ ਹੁੰਦਾ, ਅਸੀਂ ਲੋਕਾਂ ਵਿੱਚ ਦੇਣਾ ਸ਼ੁਰੂ ਕਰ ਦਿੰਦੇ ਹਾਂ। ਹੁਣ ਇਹਦਾ ਇੱਕ ਐਗਜ਼ਾਮਪਲ ਹੈ, ਮੈਂ ਸਾਰਾ ਕੁਛ ਐਗਜ਼ਾਮਪਲ ਦੇ ਥਰੂ ਇਸ ਕਰਕੇ ਦੱਸ ਰਹੀ ਹਾਂ ਕਿ ਤੁਹਾਨੂੰ ਸਮਝਣਾ ਸੌਖਾ ਹੋ ਜੇ। ਮੈਂ ਸਵੇਰੇ ਨਹੀਂ ਉੱਠ ਸਕਦੀ, ਮੈਂ ਬਹੁਤ ਆਲਸੀ ਹਾਂ, ਮੈਨੂੰ ਲੱਗਦਾ ਕਿ ਬਈ ਸਵੇਰੇ ਉੱਠ ਕੇ ਅਤੇ ਮੈਂ ਕਿੱਦਾਂ ਕੰਮ ਕਰੂੰਗੀ, ਹੈ ਨਾ। ਫਿਰ ਮੈਂ ਆਪਣੇ ਦਿਲ ਨੂੰ ਧਰਵਾਸਾ ਦਿੰਦੀ ਹਾਂ ਕਿ ਮੈਂ ਨਿਤਨੇਮ ਵੀ ਕਰਨਾ, ਮੈਂ ਬਾਣੀ ਵੀ ਪੜ੍ਹਨੀ ਹੈ, ਮੇਰਾ ਦਿਲ ਕਰਦਾ ਮੈਂ ਜਪਜੀ ਸਾਹਿਬ ਦਾ ਪਾਠ ਵੀ ਕਰਾਂ, 5 ਬਾਣੀਆਂ ਦਾ ਪਾਠ ਕਰਾਂ, ਪਰ ਮੈਂ ਕਰਾਂ ਕੀ, ਮੇਰੇ ਕੋਲ, ਮੈਂ ਸਵੇਰੇ ਉੱਠ ਨਹੀਂ ਸਕਦੀ। ਫਿਰ ਮੈਂ ਆਪਣੇ ਦਿਲ ਨੂੰ ਸਮਝਾਉਂਦੀ ਹਾਂ ਕਿ ਨਹੀਂ, ਗੁਰੂ ਮਹਾਰਾਜ ਨੇ ਥੋੜ੍ਹੀ ਕਿਹਾ ਕਿ ਸਵੇਰੇ ਉੱਠੋ। ਜਿਹੜਾ ਬੰਦਾ ਹੁਣ ਰਾਤ ਨੂੰ 2 ਵਜੇ ਸੌਂਦਾ ਆ, ਉਹ ਸਵੇਰੇ ਕਿੱਦਾਂ ਉੱਠ ਸਕਦਾ? ਨਹੀਂ ਉੱਠ ਸਕਦਾ। ਅਤੇ ਸਗੋਂ ਮੈਨੂੰ ਆਪਣੇ ਬੱਚਿਆਂ ਨੂੰ ਇਹ ਕਹਿਣਾ ਚਾਹੀਦਾ ਕਿ ਕੋਈ ਗੱਲ ਨਹੀਂ ਬੇਟਾ, ਤੁਸੀਂ ਪੜ੍ਹੋ, ਤੁਸੀਂ ਨਿਤਨੇਮ ਕਰਨਾ ਕਰੋ, ਨਹੀਂ ਕਰਨਾ ਨਾ ਕਰੋ, ਗੁਰੂ ਮਹਾਰਾਜ ਨੇ ਨਹੀਂ ਕਿਹਾ। ਜਦ ਕਿ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਵਿੱਚ ਬੜਾ ਹੀ ਕਲੀਅਰ ਕਰ ਦਿੰਦੇ ਨੇ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਉਹ ਕਹਿ ਦਿੰਦੇ ਨੇ, ਮੈਂ ਹਰ ਰੋਜ਼ ਜਪਜੀ ਸਾਹਿਬ ਪੜ੍ਹਦੀ ਹਾਂ, ਪਰ ਆਪਣੇ ਦਿਮਾਗ ਨੂੰ, ਆਪਣੇ ਆਪ ਤੋਂ ਮੈਂ ਆਪਣੇ ਲਈ ਐਕਸਕਿਊਜ਼ਸ ਬਣਾ ਰਹੀ ਹਾਂ ਕਿ ਨਹੀਂ ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ ਥੋੜ੍ਹੀ ਆ। ਸਾਫ਼ ਕਹਿੰਦੇ ਨੇ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਹੁਣ ਇਹਦਾ ਤੁਸੀਂ ਆਨਸਰ ਕੀ ਦਿਓਗੇ? ਤਾਂ ਫਿਰ ਮੈਂ ਕਰਦੀ ਕੀ ਹਾਂ ਕਿ ਉਹ ਜਦੋਂ ਉਹ ਤੁੱਕ ਆਉਂਦੀ ਆ ਨਾ, ਮੈਂ ਫਟਾਫਟ ਬੋਲ ਕੇ ਅੱਗੇ ਨਿਕਲ ਜਾਂਦੀ ਹਾਂ ਕਿ ਇਹਨੂੰ ਮੈਂ ਪੜ੍ਹਾ ਹੀ ਨਾ। ਦਿਸ ਇਜ਼ ਮਾਈ ਕੰਡੀਸ਼ਨਿੰਗ ਆਫ ਮਾਈਂਡ। ਇਹ ਮੈਂ ਆਪਣੇ ਆਪ ਨੂੰ ਹੀ ਸਮਝਾ ਰਹੀ ਹਾਂ, ਇਹ ਮੈਂ ਆਪਣੇ ਆਪ ਨਾਲ ਹੀ ਧੋਖਾ ਕਰੀ ਜਾ ਰਹੀ ਹਾਂ। ਹੁਣ ਜਦੋਂ ਮੈਂ ਆਪਣੇ ਆਪ ਨੂੰ ਸਮਝਾਉਂਦੀ, ਕਿਉਂਕਿ ਜਦੋਂ ਮੈਂ ਆਪ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠਦੀ, ਮੈਂ ਆਪਣੇ ਬੱਚਿਆਂ ਨੂੰ ਕਹਿ ਹੀ ਨਹੀਂ ਸਕਦੀ। ਔਰ ਅਗਰ ਮੇਰਾ ਬੱਚਾ ਕੱਲ੍ਹ ਨੂੰ ਮੈਨੂੰ ਪੁੱਛੇ ਕਿ ਮੰਮੀ ਸਿੱਖਾਂ ਦੇ ਵਿੱਚ ਤਾਂ ਤੁਸੀਂ ਤਾਂ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਸੀਗਾ, ਤਾਂ ਫਿਰ ਮੈਂ ਉਹਨੂੰ ਕੀ ਕਹੂੰਗੀ ਕਿ ਨਹੀਂ ਬੇਟਾ, ਇਹ ਤਾਂ ਐਵੇਂ
ਪੁਜਾਰੀਆਂ ਦੀਆਂ ਗੱਲਾਂ ਬਣਾਈਆਂ ਹੋਈਆਂ, ਅੰਮ੍ਰਿਤ ਵੇਲੇ ਦਾ ਕੋਈ ਮਤਲਬ ਨਹੀਂ ਹੁੰਦਾ। ਫਿਰ ਮੈਂ ਇੰਝ ਕਹੂੰਗੀ, ਕਿਉਂਕਿ ਫਿਰ ਮੇਰਾ ਇਹ ਇੱਕ ਐਕਸਕਿਊਜ਼ ਆ, ਮੇਰੇ ਲਈ ਐਕਸਕਿਊਜ਼ ਆ। ਜਿਸ ਐਕਸਕਿਊਜ਼ ਨੂੰ ਮੈਂ ਬਹੁਤ ਵਾਰ ਰਿਪੀਟ ਕਰ ਕਰਕੇ ਆਪਣੇ ਸਵਾਰਥ ਲਈ ਬਾਣੀ ਦੀ ਗਲਤ ਇੰਟਰਪ੍ਰੀਟੇਸ਼ਨ ਮੈਂ ਆਪ ਕੀਤੀ ਆ। ਉਸ ਤੋਂ ਬਾਅਦ ਜਦੋਂ ਆਉਂਦੇ ਆ ਹੁਣ ਇਹ ਬੜੀਆਂ ਪ੍ਰੈਕਟੀਕਲ ਐਗਜ਼ਾਮਪਲਸ ਨੇ। ਮੇਰੇ ਵਰਗਾ ਬਲੱਡ ਟੈਸਟ ਤੋਂ ਡਰਦਾ ਆ। ਜਦੋਂ ਬਲੱਡ ਟੈਸਟ ਵੀ ਹੁੰਦਾ ਤਾਂ ਮੈਨੂੰ ਨਾਲ 10 ਬੰਦੇ ਚਾਹੀਦੇ ਜਿਨ੍ਹਾਂ ਨੇ ਫੜਿਆ ਹੋਵੇ, ਕਿਤੇ ਨਹੀਂ ਤਾਂ ਬੇਹੋਸ਼ ਹੋਣ ਦਾ ਖਤਰਾ ਵੀ ਰਹਿੰਦਾ। ਹੁਣ ਜਿਹੜਾ ਬਲੱਡ ਟੈਸਟ ਤੋਂ ਡਰਦਾ ਆ, ਅਤੇ ਮੈਂ ਪਰ ਇਹ ਵੀ ਚਾਹੁੰਦੀ ਹਾਂ ਕਿ ਮੈਂ ਇਹ ਨਹੀਂ ਕਹਿਣਾ ਚਾਹੁੰਦੀ ਕਿ ਮੈਂ ਜਿੱਦਾਂ ਮੈਂ ਪਹਿਲਾਂ ਇਹ ਨਹੀਂ ਕਹਿਣਾ ਚਾਹੁੰਦੀ ਮੈਂ ਆਲਸੀ ਹਾਂ, ਇੱਦਾਂ ਮੈਂ ਇਹ ਨਹੀਂ ਕਹਿਣਾ ਚਾਹੁੰਦੀ ਕਿ ਮੈਂ ਕਾਇਰ ਹਾਂ ਜਾਂ ਕਮਜ਼ੋਰ ਹਾਂ ਜਾਂ ਮੈਂ ਫੋਬਿਕ ਹਾਂ, ਮੈਨੂੰ ਫੋਬੀਆ ਆ। ਇਹ ਮੈਂ ਨਹੀਂ ਕਹਿਣਾ ਚਾਹੁੰਦੀ। ਮੈਂ ਚਾਹੁੰਦੀ ਹਾਂ ਕਿ ਮੇਰੀ ਮਹਾਨਤਾ ਬਾਕਾਇਦਾ ਸਿੱਖ ਰਵਾਇਤਾਂ ਦੇ ਵਿੱਚ ਉਵੇਂ ਹੀ ਰਹੇ ਜਿਵੇਂ ਬਾਕੀ ਸਿੱਖਾਂ ਦੀ ਆ। ਪਰ ਡਰ ਮੈਨੂੰ ਬਲੱਡ ਟੈਸਟ ਤੋਂ ਵੀ ਲੱਗਦਾ। ਹੁਣ ਮੈਂ ਕੀ ਕਰੂੰਗੀ? ਕਿਉਂਕਿ ਮੇਰੇ ਸਾਹਮਣੇ ਜਿਹੜੀ ਰੈਫਰੈਂਸ ਪੁਆਇੰਟ ਹੈ, ਜੋ ਆਪਾਂ ਪਹਿਲਾਂ ਗੱਲ ਕੀਤੀ ਕਿ ਰੈਫਰੈਂਸ ਪੁਆਇੰਟ ਮੇਰੇ ਕੋਲ ਹੈ ਉਹਨਾਂ ਸਿੱਖਾਂ ਦਾ ਜਿਨ੍ਹਾਂ ਨੇ ਬੰਦ ਘਟਾਤੇ, ਜਿਨ੍ਹਾਂ ਨੇ ਖੋਪੜੀਆਂ ਲਹਾਤੀਆਂ, ਇੱਕ ਸਿਰਫ ਆਪਣੇ ਪ੍ਰੀਤਮ ਦੇ ਪਿਆਰ ਦੇ ਵਿੱਚ, ਆਪਣੇ ਸਿਰਫ ਗੁਰੂ ਮਹਾਰਾਜ ਦੇ ਪਿਆਰ ਦੇ ਵਿੱਚ, ਆਪਣੇ ਸਿੱਖੀ ਸਿਧਾਂਤਾਂ ਦੇ ਉੱਤੇ ਖੜੇ ਰਹਿਣ ਲਈ ਬੰਦ ਘਟਾਉਣ ਵਾਲੇ, ਖੋਪੜੀਆਂ ਲਹਾਉਣ ਵਾਲੇ, ਚਰਖੜੀਆਂ 'ਤੇ ਚੜ੍ਹੇ ਜਾਣ ਵਾਲੇ ਸਾਡੇ ਕੋਲ ਸਾਹਮਣੇ ਪਏ ਨੇ। ਔਰ ਉਹਨਾਂ ਦੇ ਆਪੋਜ਼ਿਟ ਮੈਂ ਆ ਜਿਹੜੀ ਸੂਈ ਵੱਜੇ ਅਤੇ ਮੈਨੂੰ ਬੇਹੋਸ਼ ਹੋਣ ਦਾ ਖਤਰਾ ਰਹਿੰਦਾ ਆ। ਤਾਂ ਮੈਂ ਉਹਨਾਂ ਦੇ ਸਾਹਮਣੇ, ਕਿਉਂਕਿ ਮੈਂ ਤਾਂ ਕਿਤੇ ਐਗਜ਼ਿਸਟ ਹੀ ਨਹੀਂ ਕਰਦੀ ਉਹਨਾਂ ਦੀ ਬਹਾਦਰੀ ਦੇ ਸਾਹਮਣੇ, ਤਾਂ ਫਿਰ ਮੈਂ ਕੀ ਕਰੂੰਗੀ? ਮੈਂ ਕਿੱਦਾਂ ਕਰੂੰਗੀ? ਹੁਣ ਮੈਂ ਆਪਣੇ ਆਪ ਨੂੰ ਸਮਝਾਉਣਾ ਸ਼ੁਰੂ ਕਰਦੀ ਹਾਂ ਆਪਣੇ ਅੰਦਰ ਕਿ ਨਹੀਂ ਜੀ, ਇਹ ਤਾਂ ਸ਼ਹੀਦ ਹੋਏ ਨਹੀਂ, ਇਹ ਤਾਂ ਐਵੇਂ ਝੂਠ ਹੈ। ਫਿਰ ਮੈਂ ਇਹ ਕਰਨਾ ਸ਼ੁਰੂ ਕਰਦੀ ਹਾਂ। ਔਰ ਇਹੀ ਚੀਜ਼ ਅੱਗੇ ਚੱਲਦੀ ਜਦੋਂ ਮੈਂ ਆਪਣੇ ਆਪ ਨੂੰ ਇੰਨੀ ਵਾਰੀ ਕਹਿ ਦਿੰਦੀ ਹਾਂ, ਫਿਰ ਮੈਂ ਲੋਕਾਂ 'ਚ ਦੱਸਣਾ ਸ਼ੁਰੂ ਕਰ ਦਿੰਦੀ ਹਾਂ। ਉਹ ਮੇਰਾ ਇੱਕ ਪ੍ਰਚਾਰ ਬਣ ਜਾਂਦਾ, ਜਿਹਨੂੰ ਮੈਂ ਭੰਡੀ ਪ੍ਰਚਾਰ ਕਹੂੰਗੀ, ਕਿਉਂਕਿ ਉਹ ਮੈਂ ਆਪਣੇ ਲਈ, ਆਪਣੀ ਕਮਜ਼ੋਰੀ ਨੂੰ ਛੁਪਾਉਣ ਦੇ ਲਈ ਕੀਤਾ ਸੀ। ਉਹ ਮੇਰੀ ਕਮਜ਼ੋਰੀ ਆ। ਹੁਣ ਇਸੇ ਤਰੀਕੇ ਨਾਲ ਹੀ ਅੱਗੇ ਆ ਜਾਓ ਕਿ ਜਦੋਂ ਕੋਈ ਕਹੂਗਾ ਕਿ ਨਹੀਂ ਜੀ, ਮੈਂ ਕੋਈ ਹੋਰ ਉੱਠ ਕੇ ਕੋਈ ਗੁਰੂ ਦਾ ਸਿੱਖ ਕਵੇ ਕਿ ਚਲੋ ਠੀਕ ਆ, ਉਹ ਤਾਂ ਕਿਸੇ ਨੇ ਨਹੀਂ ਵੇਖੇ, ਅਤੇ ਆਹ ਤਾਂ ਬਹੁਤੀ ਲੰਬੀ ਗੱਲ ਹੀ ਨਹੀਂ ਹੋਈ। 1984 ਦੀ ਉਹ ਗੱਲ ਹੈ ਨਾ, ਜਦੋਂ ਸਿੰਘ ਦੇਗਾਂ ਵਿੱਚ ਵੀ ਉਬਾਲੇ ਗਏ, ਜਦੋਂ ਜੀਪਾਂ ਦੇ ਦੋਨੋਂ ਪਾਸੇ ਲਾ ਕੇ ਉਹਨਾਂ ਨੂੰ ਵਿਚਕਾਲੋਂ ਪਾੜ ਦਿੱਤਾ ਗਿਆ, ਇਹੋ ਜਿਹੇ ਸਿੰਘ, ਔਰ ਜਿਨ੍ਹਾਂ ਨੇ ਆਪਣਾ ਆਪ, ਆਪਣੇ ਬੱਚੇ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਕਰਾ ਲਏ, ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਜਿਹੜਾ ਵਾਕਈ ਵਾਰ ਦਿੱਤਾ। ਸਾਡੇ ਕੋਲ ਬਾਕਾਇਦਾ ਡਾਕੂਮੈਂਟਡ ਫੈਕਟਸ ਨੇ। ਭਾਈ ਮੋਹਰ ਸਿੰਘ ਹੋਣਾ ਦੀ ਪੂਰੀ ਫੈਮਿਲੀ, ਬੀਬੀ ਵਾਹਿਗੁਰੂ ਕੌਰ ਜਿਹੜੀ, ਔਰ ਬੀਬੀ ਸਤਨਾਮ ਕੌਰ, ਔਰ ਭਾਈ ਮੋਹਰ ਸਿੰਘ ਹੋਣਾ ਦੀ ਪਤਨੀ ਜਿਹੜੀ ਪ੍ਰੀਤਮ ਕੌਰ, ਇਹ ਸਾਰੇ ਸਾਡੇ ਕੋਲ ਡਾਕੂਮੈਂਟਡ ਫੈਕਟ ਨੇ ਕਿ ਉਹ ਟੈਂਕਾਂ ਦੇ ਉੱਤੇ ਉਹਨਾਂ ਨੇ ਆਪਣੇ ਨਾਲ ਹਿਊਮਨ ਬੌਂਬ ਬਣ ਕੇ ਉਹਨਾਂ ਨੇ ਛਾਲਾਂ ਮਾਰੀਆਂ। ਸਾਡੇ ਕੋਲ ਉਹ ਤਾਂ ਬਹੁਤੀ ਲੰਬੀ ਗੱਲ ਨਹੀਂ, 1984 ਦੀ ਗੱਲ ਹੈ। ਫਿਰ ਜਦੋਂ ਉਹੋ ਜਿਹੇ ਲੋਕ ਸਾਡੇ ਸਾਹਮਣੇ ਆਉਂਦੇ ਆ, ਹੁਣ ਮੈਂ ਕੀ ਕਹੂੰਗੀ? ਕਿਉਂਕਿ ਪਹਿਲਾਂ ਤਾਂ ਮੈਂ ਕਹਿ ਦਿੱਤਾ ਕਿ ਇਹ ਤਾਂ ਸਾਰਾ ਜੀ, ਇਹ ਤਾਂ ਗਲਤ ਹੈ ਜੀ, ਇਹ ਤਾਂ ਇਤਿਹਾਸ ਹੀ ਨਹੀਂ। ਉਦੋਂ ਤਾਂ ਮੈਂ ਕਹਿ ਦਿੱਤਾ। ਹੁਣ ਮੈਂ ਆਪਣੀ ਕਾਇਰਤਾ ਨੂੰ ਛੁਪਾਉਣ ਲਈ ਕੀ ਕਹੂੰਗੀ? ਕਿਉਂਕਿ ਮੈਂ ਤਾਂ ਕੋਈ ਬੋਲਦਾ ਸਿੱਖੀ ਵਾਸਤੇ ਤਾਂ ਮੈਂ ਕਹਿੰਦੀ ਹਾਂ ਬੋਲੀ ਚੱਲੋ, ਕਿਉਂਕਿ ਮੈਂ ਤਾਂ ਬੋਲ ਵੀ ਨਹੀਂ ਸਕਦੀ, ਮੈਂ ਤਾਂ ਡਰਦੀ ਹਾਂ। ਮੇਰਾ ਤਾਂ ਅੰਦਰ ਕਮਜ਼ੋਰ ਆ, ਕਾਇਰ ਆ, ਕਮਜ਼ੋਰ ਆ ਮੈਂ। ਤਾਂ ਫਿਰ ਮੈਂ ਕੀ ਕਰੂੰਗੀ? ਫਿਰ ਮੈਂ ਇਹ ਕਹੂੰਗੀ ਕਿ ਭਿੰਡਰਾਂ ਵਾਲੇ ਹੀ ਗਲਤ ਸੀ ਜੀ, ਭਿੰਡਰਾਂ ਵਾਲੇ ਨੇ ਸੋਚਿਆ ਹੀ ਕੁਛ ਨਹੀਂ। ਫਿਰ ਇਹ ਨੈਰੇਟਿਵ ਸ਼ੁਰੂ ਹੁੰਦਾ ਆ। ਬੇਸਿਕਲੀ ਜੋ ਮੈਂ ਸਾਰਾ ਕੁਛ ਤੁਹਾਨੂੰ ਦੱਸਿਆ ਉਹਦੇ ਵਿੱਚ ਕੀ ਆ ਕਿ ਜਦੋਂ ਅਸੀਂ ਸਾਡੇ ਕੋਲ, ਕਿਉਂਕਿ ਸਾਡੇ ਕੋਲ ਸਿੱਖੀ ਦੀਆਂ ਰੈਫਰੈਂਸਿਸ ਬਹੁਤ ਵੱਡੀਆਂ ਆ, ਸਾਡੇ ਕੋਲ ਸਾਡਾ ਇਤਿਹਾਸ ਐਡਾ ਗੌਰਵਮਈ ਹੈ ਕਿ ਉਸ ਇਤਿਹਾਸ ਦੇ ਸਾਹਮਣੇ ਖੜ੍ਹੇ ਹੋਣਾ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ। ਔਰ ਕਿਸੇ ਦਾ ਮੇਰਾ ਮਤਲਬ ਹੈ ਕਿ ਖੁਦ ਸਿੱਖਾਂ ਦੇ ਵੀ ਵੱਸ ਦੀ ਗੱਲ ਨਹੀਂ ਉਸ ਇਤਿਹਾਸ ਦੇ ਸਾਹਮਣੇ ਖੜ੍ਹੇ ਹੋਣਾ, ਜਿਹੜੇ ਕੱਚੇ ਪਿੱਲੇ ਅੱਧੇ ਅਧੂਰੇ ਸਿੱਖ ਹੈ, ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਪਰ ਉਹ ਹੈ ਨਹੀਂ। ਉਹਨਾਂ ਦੇ ਵੱਸ ਦੀ ਗੱਲ ਨਹੀਂ ਕਿ ਉਹ ਸਾਹਮਣੇ ਖੜ੍ਹੇ ਹੋ ਜਾਣ। ਹੁਣ ਜਦੋਂ ਉਹ ਸਾਹਮਣੇ ਖੜ੍ਹੇ ਨਹੀਂ ਹੋ ਪਾਉਂਦੇ ਤਾਂ ਫਿਰ ਉਹ ਆਪਣਾ, ਕਿਉਂਕਿ ਗੁਰੂ ਨਾਲ ਤਾਂ ਪਿਆਰ ਹੈ ਨਾ, ਕਮਜ਼ੋਰੀ ਹੈ, ਕਾਇਰਤਾ ਹੈ, ਕਿਉਂਕਿ ਸਾਡਾ ਉਹ ਜਿਹੜੇ ਸ਼ੁਭ ਅਮਲ ਜਿਨ੍ਹਾਂ ਦੀ ਆਪਾਂ ਗੱਲ ਕਰਾਂਗੇ ਉਹ ਅਸੀਂ ਆਪਣੇ ਅੰਦਰ ਵਸਾਏ ਨਹੀਂ। ਇਸ ਕਰਕੇ ਸਾਡਾ ਕਿਰਦਾਰ ਡਿਵੈਲਪ ਹੀ ਨਹੀਂ ਹੋਇਆ। ਕਿਰਦਾਰ ਡਿਵੈਲਪ ਨਹੀਂ ਹੋਇਆ ਅਤੇ ਅਸੀਂ ਉਹਨਾਂ ਦੇ ਕਿਰਦਾਰ ਦੇ ਆਸ-ਪਾਸ ਵੀ ਕਿਤੇ ਨਹੀਂ ਭਟਕਦੇ। ਤਾਂ ਹੁਣ ਮੈਂ ਆਪਣੇ ਆਪ ਨੂੰ ਸਮਝਾਉਣ ਦੇ ਲਈ ਫਿਰ ਇੱਕ ਨੈਰੇਟਿਵ ਤਾਂ ਕੰਸਟਰਕਟ ਕਰੂੰਗੀ ਨਾ। ਉਹ ਜੋ ਨੈਰੇਟਿਵ ਕੰਸਟਰਕਟ ਕੀਤਾ ਹੋਇਆ, ਜੋ ਮੇਰੀ ਕਾਇਰਤਾ ਦੇ ਵਿੱਚੋਂ ਨਿਕਲਿਆ, ਉਹਨੂੰ ਮੈਂ ਸੱਚ ਸਮਝਾ ਕੇ ਔਰ ਲੋਕਾਂ ਨੂੰ ਉਹਦਾ ਭੰਡੀ ਪ੍ਰਚਾਰ ਕਰਦੀ ਰਹਿੰਦੀ ਹਾਂ। ਹੁਣ ਇਸੇ ਤਰੀਕੇ ਦੇ ਨਾਲ ਇਹ ਸਿਰਫ ਮੇਰੀ ਇੱਕ ਗੱਲ ਸੀਗੀ ਕਿ ਆਪਾਂ ਆਪਣੇ ਵਾਸਤੇ ਜੋ ਐਕਸਕਿਊਜ਼ਸ ਘੜੇ ਨੇ ਉਹ ਕਿਵੇਂ ਘੜੇ ਨੇ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਅੰਦਰ ਬੈਠ ਕੇ, ਤੁਸੀਂ ਮੈਨੂੰ ਜਵਾਬ ਦੇ ਨਹੀਂ, ਮੈਂ ਤੁਹਾਨੂੰ ਜਵਾਬ ਦੇ ਨਹੀਂ, ਅਸੀਂ ਸਾਰੇ ਗੁਰੂ ਨੂੰ ਜਵਾਬ ਦੇ ਹਾਂ। ਸਿਰਫ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੇ ਅੰਦਰ ਬੈਠ ਕੇ, ਕਿਸੇ ਰੂਮ ਦੇ ਵਿੱਚ ਇਕੱਲੇ ਬੈਠ ਕੇ ਇੱਕ ਡਾਇਰੀ ਲਾਇਓ ਜੇ। ਮੇਰੀ ਲੱਗੀ ਹੋਈ ਡਾਇਰੀ ਹੈ, ਜੇ ਕਿਸੇ ਨੇ ਦੇਖਣਾ ਹੋਵੇ ਤਾਂ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਦਿਖਾ ਸਕਦੀ ਹਾਂ। ਮੇਰੀ ਇੱਕ ਡਾਇਰੀ ਹੈ, ਮੈਂ ਲਾਈ ਹੋਈ ਆ, ਜਿਹਦੇ ਵਿੱਚ ਮੈਂ ਹਰ ਰੋਜ਼ ਦੇਖਦੀ ਹਾਂ ਕਿ ਮੈਂ ਕਿੱਥੇ ਕੁ ਜੇ ਥਿੜਕਦੀ ਹਾਂ।
ਉਹ ਐਸੀ ਕਿਹੜੀ ਚੀਜ਼ ਹੈ ਜਿਹਦੇ ਵਾਸਤੇ ਮੈਨੂੰ ਇੱਕ ਬਹਾਨਾ ਘੜਨਾ ਪੈਂਦਾ ਆ। ਅੰਮ੍ਰਿਤ ਵੇਲੇ ਉੱਠਣਾ ਮੈਨੂੰ ਬਹਾਨਾ ਘੜਨਾ ਪੈਂਦਾ ਆ, ਨਿਤਨੇਮ ਕਰਨ ਲਈ ਮੈਨੂੰ ਬਹਾਨਾ ਘੜਨਾ ਪੈਂਦਾ ਆ, ਮੈਨੂੰ ਮੇਰੇ ਗੁਰੂ ਦੀ ਆਨ ਬਾਨ ਸ਼ਾਨ ਦੇ ਲਈ ਆਵਾਜ਼ ਚੁੱਕਣ ਲੱਗਿਆ ਕੁਛ ਮੈਨੂੰ ਬਹਾਨਾ ਘੜਨਾ ਪੈਂਦਾ। ਕਾਹਦੇ ਵਾਸਤੇ ਬਹਾਨਾ ਘੜਨਾ ਪੈਂਦਾ? ਔਰ ਮੇਰੀ ਉਹ ਡਾਇਰੀ ਭਰੀ ਹੋਈ ਆ। ਅਸੀਂ ਪੂਰਨ ਨਹੀਂ, ਪਰ ਜ਼ਰੂਰੀ ਇਹ ਆ ਕਿ ਅਸੀਂ ਪਹਿਲਾਂ ਸਮਝੀਏ ਤਾਂ ਸਹੀ ਕਿ ਅਸੀਂ ਥਿੜਕੇ ਕਿੱਥੇ ਹਾਂ। ਤੋ ਇਸ ਕਰਕੇ ਸਾਰੇ ਜਾਣੇ ਜੋ ਵੀ ਮੈਨੂੰ ਸੁਣ ਰਹੇ, ਜੇ ਹੋ ਸਕਦਾ ਆਪਣੀ ਇੱਕ ਡਾਇਰੀ ਲਗਾਓ। ਡਾਇਰੀ ਨਹੀਂ ਤਾਂ ਇੱਕ ਕਾਪੀ ਪੈਨ, ਕੋਈ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਇੱਕ ਲਿਖੋ ਕਿ ਤੁਸੀਂ ਕਿੱਥੇ ਕਿੱਥੇ ਆਪਣੇ ਅੰਦਰ ਦੇ ਨਾਲ ਬਹਾਨੇ ਕੱਢਦੇ ਹੋ। ਕਿਸੇ ਵਾਸਤੇ ਨਹੀਂ, ਆਪਣੇ ਵਾਸਤੇ। ਬਹੁਤ ਸਾਰੀਆਂ ਵੈਸੇ ਐਗਜ਼ਾਮਪਲਸ ਨੇ, ਸਮਾਂ ਥੋੜ੍ਹਾ, ਇਸ ਕਰਕੇ ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਐਗਜ਼ਾਮਪਲਸ ਦੇ ਦਿੰਦੀ ਹਾਂ ਜਿਹਦੇ ਨਾਲ ਇੱਕ ਲਾਈਨ ਆਫ ਥਾਟ ਦੇ ਦਿੰਦੀ ਹਾਂ ਜਿਹਦੇ ਬਾਰੇ ਤੁਸੀਂ ਸੋਚ ਸਕਦੇ ਹੋ। ਕਦੀ ਵੀ ਇਹ ਸੋਚਿਆ ਹੈ ਕਿ ਮੈਂ ਉਂਝ ਤਾਂ ਵਿਸ਼ਵਾਸ ਆ ਮੈਨੂੰ, ਮੈਂ ਬਹੁਤ ਵਿਸ਼ਵਾਸ ਕਰਦੀ ਹਾਂ ਗੁਰੂ ਮਹਾਰਾਜ ਦੇ ਉੱਤੇ। ਹੱਥ ਨਹੀਂ ਮੈਂ ਇਹਨਾਂ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਕਰਦੀ, ਪਰ ਹੱਥ ਮੈਂ ਇੱਕ ਵਾਰੀ ਵੈਸੇ ਵਿਖਾਇਆ ਸੀ ਇੰਝ ਹੀ। ਕਦੀ ਇਹ ਹੋਇਆ? ਨੰਬਰ 1। ਨੰਬਰ 2, ਤੁਸੀਂ ਕਹਿੰਦੇ ਹੋ ਕਿ ਉਂਝ ਤਾਂ ਮੈਨੂੰ ਗੁਰੂ ਮਹਾਰਾਜ ਦਾ ਬਿਲਕੁਲ ਭਰੋਸਾ ਆ, ਪਰ ਮੈਂ ਰਾਸ਼ੀਫਲ ਵੇਖ ਲੈਂਦੀ ਹਾਂ ਐਵੇਂ ਹੀ, ਬਸ ਚੱਲਦੇ ਕਦੀ ਦਿਲ ਕੀਤਾ ਤੇ ਚੱਲ ਰਾਸ਼ੀਫਲ ਦੇਖ ਲਿਆ, ਐਸਟਰੋਲੋਜੀ ਦੇਖ ਲਈ, ਇਸ ਤਰ੍ਹਾਂ ਹੋਇਆ। ਤੀਸਰਾ, ਮੈਂ ਗੁਰੂ ਨਾਨਕ ਦੀ ਪੱਕੀ ਫੋਲੋਅਰ ਹਾਂ, ਪਰ ਬਿਜ਼ਨਸ ਕਰਕੇ ਹੁਣ ਕੀ ਕਰੀਏ, ਝੂਠ ਤਾਂ ਬੋਲਣਾ ਪੈਂਦਾ ਆ। ਕਦੀ ਇਸ ਤਰ੍ਹਾਂ ਹੋਇਆ? ਕਦੀ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਝੂਠ ਬੋਲਿਆ ਔਰ ਝੂਠ ਬੋਲ ਕੇ ਆਪਣੇ ਆਪ ਨੂੰ ਕਿਹਾ ਕਿ ਬਈ ਇਹ ਤਾਂ ਹੁਣ ਲੋੜ ਆ, ਕਰੀਏ ਕੀ? ਵੈਸੇ ਮੈਂ ਗੁਰੂ ਨਾਨਕ ਨੂੰ ਮੰਨਦੀ ਹਾਂ, ਵੈਸੇ ਮੈਂ ਕਹਿੰਦੀ ਹਾਂ ਕਿ ਗੁਰੂ ਨਾਨਕ ਸਾਰਾ ਕੁਛ ਨੇ, ਜੋ ਕਹਿੰਦੇ ਨੇ ਸੱਚ ਨੇ, ਪਰ ਇਹ ਤਾਂ ਮੇਰੇ ਬਿਜ਼ਨਸ ਦੀ ਲੋੜ ਆ। ਕਦੀ ਇਹ ਬਹਾਨਾ ਘੜਿਆ ਤੁਸੀਂ? ਉਸ ਤੋਂ ਅੱਗੇ ਆ ਜਾਓ। ਗੁਰੂ ਨਾਨਕ ਦੀ ਕਿਰਤ ਕਰੋ ਦੀ ਸਿੱਖਿਆ ਦੇ ਉੱਤੇ ਮੈਂ ਪੂਰੀ ਚੱਲਦੀ ਹਾਂ, ਪਰ ਇੱਕ ਵਾਰੀ ਇੱਕ ਮੌਕਾ ਜਿਹਾ ਬਣਿਆ ਸੀ ਜਦੋਂ ਮੈਨੂੰ ਵੈਸੇ ਇੰਨੀ ਸੱਟ ਲੱਗੀ ਨਹੀਂ ਸੀ, ਪਰ ਫਿਰ ਵੀ ਮੈਂ ਇੱਕ ਝੂਠਾ ਸਿੱਖ ਨੋਟ ਭੇਜ ਕੇ ਤੇ ਸਿੱਖ ਪੇ ਲਈ ਆ। ਉਹ ਤਾਂ ਵੈਸੇ ਹੀ ਹੁਣ ਦੇਖੋ ਨਾ, ਅਸੀਂ ਸਰਕਾਰਾਂ ਨੂੰ ਟੈਕਸ ਵੀ ਤਾਂ ਦਿੰਦੇ ਹਾਂ। ਕਦੀ ਇਹੋ ਜਿਹਾ ਬਹਾਨਾ ਘੜਿਆ ਤੁਸੀਂ ਆਪਣੇ ਆਪ ਨਾਲ? ਉਸ ਤੋਂ ਬਾਅਦ ਦੇਖੋ, ਉਂਝ ਮੇਰੀ ਰੂਟੀਨ ਆ ਕਿ ਮੈਂ ਗੁਰਦੁਆਰੇ ਜਾਂਦੀ ਹਾਂ, ਨਾਮ ਜਪਦੀ ਹਾਂ, ਉੱਥੇ ਪਾਠ ਵੀ ਕਰਦੀ ਹਾਂ, ਫਿਰ ਸੇਵਾ ਵੀ ਕਰਕੇ ਆਉਂਦੀ ਹਾਂ। ਪਰ ਹੁਣ ਮੇਰਾ ਬਿਜ਼ਨਸ ਸ਼ਰਾਬ ਅਤੇ ਸਿਗਰਟ ਦਾ, ਮੈਂ ਕਰਾਂ ਕੀ? ਮੈਂ ਬਿਜ਼ਨਸ 'ਤੇ ਛੱਡ ਥੋੜ੍ਹੀ ਸਕਦੀ ਹਾਂ, ਕਿਉਂਕਿ ਇਸੇ ਬਿਜ਼ਨਸ ਨੇ ਮੈਨੂੰ ਬਣਾਇਆ। ਫਿਰ ਜੇ ਇਸੇ ਬਿਜ਼ਨਸ ਨੇ ਤੁਹਾਨੂੰ ਬਣਾਇਆ ਤਾਂ ਫਿਰ ਤੁਸੀਂ ਗੁਰੂ ਨਾਨਕ ਦੇ ਉੱਤੇ ਵਿਸ਼ਵਾਸ ਨਹੀਂ ਰੱਖਦੇ। ਇਹਨੂੰ ਬਹਾਨਾ, ਕਦੀ ਇਹੋ ਜਿਹਾ ਬਹਾਨਾ ਤੁਸੀਂ ਘੜਿਆ ਕਿ ਜਿਹੜਾ ਤੁਹਾਡਾ ਬਿਜ਼ਨਸ ਹੈ ਉਹ ਕਿਆ ਗੁਰੂ ਮਰਿਆਦਾ ਦੇ ਅਕੋਰਡਿੰਗ ਹੈ? ਜੇ ਨਹੀਂ ਹੈ ਤਾਂ ਫਿਰ ਤੁਸੀਂ ਉਹਨੂੰ ਜਸਟੀਫਾਈ ਕਿਵੇਂ ਕੀਤਾ? ਆਪਣੇ ਆਪ ਨੂੰ ਦੱਸਿਓ, ਮੈਨੂੰ ਨਹੀਂ ਜਾਂ ਕਿਸੇ ਹੋਰ ਨੂੰ ਨਹੀਂ, ਆਪਣੇ ਆਪ ਨੂੰ ਦੱਸਿਓ। ਉਸ ਤੋਂ ਅੱਗੇ ਚਲੋ। ਗੁਰਬਾਣੀ ਕਹਿੰਦੀ ਆ, ਮੇਰੇ ਮਨ ਤਜ ਨਿੰਦਾ ਹਉਮੈ ਹੰਕਾਰ, ਤਜ ਨਿੰਦਾ ਹਉਮੈ ਹੰਕਾਰ। ਕਦੀ ਤੁਸੀਂ ਆਪਸ ਦੇ ਵਿੱਚ ਇਹ ਗੱਲ ਕਦੀ ਵੀ ਕਿਸੇ ਵਾਸਤੇ ਵੀ ਕਿਹਾ ਕਿ ਉਹ ਜਿਹੜਾ ਸਾਡਾ ਉਹ ਰਿਸ਼ਤੇਦਾਰ ਹੈ ਨਾ, ਉਹਦੇ ਘਰ ਤਾਂ ਖਾਣ ਨੂੰ ਵੀ ਕੁਛ ਨਹੀਂ, ਆਕੜ ਬਹੁਤ ਆ ਉਹਦੀ। ਸਾਡੇ ਕੋਲ ਦੇਖੋ ਜੀ ਇੰਨਾ ਕੁਛ ਹੈ, ਗੱਡੀਆਂ ਦਿੱਤੀਆਂ ਰੱਬ ਨੇ, ਇੰਨਾ ਕੁਛ ਹੈ, ਐਡਾ ਵੱਡਾ ਘਰ ਦਿੱਤਾ, ਕਦੀ ਮਾਣ ਹੀ ਨਹੀਂ ਕੀਤਾ। ਕਦੀ ਇਹੋ ਜਿਹੀ ਗੱਲ ਕੀਤੀ? ਕਿਉਂਕਿ ਜੇ ਕੀਤੀ ਹੈ ਤਾਂ ਫਿਰ ਤੁਸੀਂ ਬਾਕਾਇਦਾ ਆਪਣੇ ਆਪ ਨਾਲ ਇੱਕ ਬਹਾਨਾ ਘੜਿਆ ਇਸ ਗੁਰਬਾਣੀ ਦੀ ਪੰਕਤੀ ਤੋਂ ਦੂਰ ਹੋਣ ਦਾ, ਕਿਉਂਕਿ ਤੁਹਾਨੂੰ ਹਉਮੈ ਹੰਕਾਰ ਨਿੰਦਾ ਸਭ ਤੱਜਣਾ ਸੀ। ਉਸ ਤੋਂ ਬਾਅਦ ਚੁਗਲੀ ਕੀਤੀ, ਔਰ ਉਸ ਤੋਂ ਬਾਅਦ ਕਿਹਾ ਨਹੀਂ ਮੈਂ ਚੁਗਲੀ ਨਹੀਂ ਉਂਝ ਕਰਦੀ, ਗੱਲ ਹੀ ਕਰਦੀ ਹਾਂ, ਇਹ ਚੁਗਲੀ ਨਹੀਂ ਹੈਗੀ, ਇਹ ਗੱਲ ਹੀ ਆ। ਕਦੀ ਇਹ ਕੀਤਾ? ਕਦੀ ਵੀ ਪਰਮਾਤਮਾ ਨੂੰ ਤੁਸੀਂ ਜਦੋਂ ਸ਼ੁਕਰ ਕਰ ਰਹੇ ਸੀ ਤੇ ਉਦੋਂ ਇਹ ਕਿਹਾ ਕਿ ਉਂਝ ਤਾਂ ਰੱਬ ਦਾ ਸ਼ੁਕਰ ਆ, ਪਰ ਜੇ ਆ ਵੀ ਹੋ ਜਾਂਦਾ ਨਾ ਤੇ ਵਧੀਆ ਹੀ ਸੀ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਸਾਫ਼ ਕਹਿੰਦੇ ਨੇ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਾਉ ਕਿਆ ਮੂੰਹ ਦੇਸਾ ਦੁਸ਼ਟ ਚੋਰ। ਉਹ ਕਹਿੰਦਾ ਕਿ ਮੈਂ ਤੇਰਾ ਕੀਤਾ ਜਾਣਿਆ ਹੀ ਨਹੀਂ, ਮੇਰੇ ਤੋਂ ਵੱਡਾ ਹਰਾਮ ਖੋਰ ਕੌਣ ਹੋਊਗਾ? ਇਹ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ। ਅਤੇ ਕਦੀ ਤੁਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਦੇਖਿਆ ਕਿ ਮੈਂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਗੁਜ਼ਾਰ ਹਾਂ? ਜੇ ਮੈਂ ਸ਼ੁਕਰਗੁਜ਼ਾਰ ਹਾਂ ਅਤੇ ਫਿਰ ਮੇਰੇ 'ਚ ਹਉਮੈ ਨਹੀਂ ਆਉਣੀ ਸੀ, ਫਿਰ ਮੇਰੇ 'ਚ ਹੰਕਾਰ ਨਹੀਂ ਆਉਣਾ ਸੀ। ਉਹ ਵੱਡੇ ਸਾਰੇ ਘਰ ਨੂੰ, 5-6 ਗੱਡੀਆਂ ਨੂੰ ਮੈਂ ਇਹ ਨਹੀਂ ਸੀ ਕਹਿਣਾ ਕਿ ਇਹ ਮੇਰੀਆਂ ਆ, ਫਿਰ ਮੈਂ ਉਹ ਕਿਸੇ ਹੋਰ ਤਰੀਕੇ ਨਾਲ ਸਮਝਣਾ ਸੀ। ਸੋ ਬੜੀਆਂ ਲੰਬੀਆਂ ਲਾਈਨਾਂ ਨੇ, ਇਹ ਸਿਰਫ ਮੈਂ ਇੱਕ ਲਾਈਨ ਆਫ ਥਾਟ ਤੁਹਾਨੂੰ ਦਿੱਤੀ ਆ। ਇਹਨਾਂ ਲਾਈਨਸ ਦੇ ਉੱਤੇ ਸੋਚਿਓ ਕਿ ਅਸੀਂ ਆਪਣੇ ਆਪ ਨਾਲ ਕਿੱਥੇ ਕਿੱਥੇ ਬਹਾਨੇ ਕੱਢਦੇ ਹਾਂ, ਕਿਉਂਕਿ ਉਸ ਤੋਂ ਬਾਅਦ ਸਾਡੀ ਅੱਗੇ ਗੱਲ ਚੱਲੂਗੀ। ਜ਼ਰੂਰੀ ਆ ਕਿ ਸਾਨੂੰ ਸਮਝ ਲਈਏ ਕਿ ਅਸੀਂ ਭੁਲੇਖੇ ਕਿੱਥੇ ਪਾਈ ਬੈਠੇ ਹਾਂ ਕਿ ਮੈਂ ਪੂਰਨ ਸਿੱਖ ਹਾਂ। ਉਸ ਤੋਂ ਬਾਅਦ ਅੱਗੇ ਆਪਾਂ ਸੋਚਾਂਗੇ, ਕਿਉਂਕਿ ਜਦੋਂ ਅੱਖ ਝਪਕਣਾ ਹੈ ਨਾ, ਅੱਖ ਝਪਕਣਾ ਜ਼ਿੰਦਗੀ ਦਾ ਸਬੂਤ ਹੈ, ਔਰ ਅੱਖ ਝਪਕਣ ਦੇ ਜਦੋਂ ਆਪਾਂ ਅੱਖ ਬੰਦ ਕਰਦੇ ਹਾਂ ਤਾਂ ਫਿਰ ਖੁੱਲ੍ਹਦੀ ਆ। ਸੋ ਠੀਕ ਆ, ਜੇ ਬੰਦ ਕੀਤੀ ਹੈ ਨੈਚੁਰਲ ਆ,
ਪਰ ਖੁੱਲ੍ਹਣੀ ਜ਼ਰੂਰੀ ਆ। ਔਰ ਖੁੱਲ੍ਹਣ ਵਾਸਤੇ ਇਹ ਤੁਹਾਨੂੰ ਅੰਦਾਜ਼ਾ ਹੋਣਾ ਜ਼ਰੂਰੀ ਹੈ ਕਿ ਅੱਖ ਬੰਦ ਆ। ਜਦ ਤੱਕ ਇਹ ਅੰਦਾਜ਼ਾ ਨਹੀਂ ਹੁੰਦਾ ਆਪਾਂ ਅੱਗੇ ਚੱਲ ਨਹੀਂ ਸਕਦੇ। ਸੋ ਇੰਨੀ ਕੁ ਗੱਲ ਕਰਕੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਮੈਂ ਆਪਣੀ ਬਾਣੀ ਨੂੰ ਵਿਸ਼ਰਾਮ ਦਿੰਦੀ ਹਾਂ ਜੀ। ਤੁਸੀਂ ਆਪਣੇ ਜਿਹੜੇ ਤੁਹਾਡੇ ਸਵਾਲ ਨੇ ਉਹਨਾਂ ਨੂੰ ਸਾਨੂੰ ਜ਼ਰੂਰ ਲਿਖ ਕੇ ਭੇਜਿਓ। ਕੋਸ਼ਿਸ਼ ਕਰਾਂਗੇ ਅਗਲੇ ਹਫਤੇ 'ਚ ਸਾਡੇ ਕੋਲ ਇਨਫ ਕੁਐਸਚਨਸ ਹੋਏ ਤਾਂ ਸਿਰਫ ਇੱਕ ਕੁਐਸਚਨਸ ਆਨਸਰ ਦੇ ਉੱਤੇ ਇੱਕ ਐਪੀਸੋਡ ਕਰੂੰਗੀ ਔਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ। ਜੇ ਇੰਨੇ ਕੁਐਸਚਨਸ ਨਾ ਹੋਏ ਤਾਂ ਫਿਰ ਜਿੰਨੇ ਵੀ ਹੋਏ ਉਹਨਾਂ ਦਾ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗੀ। ਔਰ ਅਗਲੀ ਵਾਰੀ ਜਿਹੜੀ ਆਪਾਂ ਗੱਲ ਕਰਾਂਗੇ ਆਪਾਂ ਕਰਾਂਗੇ ਕਿ ਹੈਬਿਟ ਫਾਰਮੇਸ਼ਨਸ ਕਿੱਦਾਂ ਹੋ ਜਾਂਦੀਆਂ ਆ। ਇਹ ਕਿੱਦਾਂ ਹੋ ਜਾਂਦਾ ਆ ਕਿ ਜੋ ਸਾਡਾ ਇੱਕ ਰਿਚੁਅਲ ਸੀਗਾ ਉਹ ਕਰਮ ਕਾਂਡ ਬਣ ਗਿਆ। ਅਗਲੀ ਵਾਰੀ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।